सच्चे माहे समाओ। वाहिगुरु जी का खालसा वाहिगुरु जी की फतेह। पतत पावन भगत वत्सल कृपा निधान जुगो जुग अटल। प्रगट गुरां की देह प्रतख हर। धन धन सतगुरु श्री गुरु ग्रंथ साहिब महाराज जी की परम पवित्र हजूरी दे अंदर। धन धन सतगुरु श्री गुरु तेग बहादुर साहिब महाराज जी दे महान पावन पवित्र तप अस्थान गुरुद्वारा श्री भोरा साहिब जी विखे अमावस दे दिहाड़े ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਅਸਥਾਨਾਂ ਦੀ ਯਾਤਰਾ ਕਰਕੇ ਸੇਵਾ ਕਰਕੇ ਜੀਵਨ ਸਫਲ ਬਣਾ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਦੀ ਰਹਿਮਤ ਦਾ ਸਦਕਾ ਇਹ ਦਰਸ਼ਨ ਦੀਦਾਰੇ ਯਾਤਰਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਆਓ ਇਸ ਸਮੇਂ ਨੂੰ ਲੇਖੇ ਦੇ ਵਿੱਚ ਲਾਈਏ ਜਿਵੇਂ ਅੰਮ੍ਰਿਤ ਵੇਲੇ ਤੋਂ ਵੱਡੇ ਤੜਕੇ ਤੋਂ ਹੀ ਸਤਿਗੁਰਾਂ ਦੇ ਪਾਵਨ ਦਰਬਾਰ ਸਜੇ ਹੋਏ ਨੇ। ਸਿੱਖ ਸੰਗਤਾਂ ਨੇ ਤਖਤਾਂ ਦੀ ਸੇਵਾ ਕੀਤੀ। ਮਹਾਰਾਜ ਸਾਹਿਬ ਜੀ ਦੇ ਹਜ਼ੂਰ ਨਿਤਨੇਮ ਦੇ ਬਾਣੀਆਂ ਦੇ ਜਾਪ ਹੋਏ। ਸੁਖਮਨੀ ਸਾਹਿਬ ਦਾ ਪਾਠ ਹੋਇਆ। ਆਸਾ ਜੀ ਦੀ ਵਾਰ ਦੇ ਕੀਰਤਨ ਸੰਪੂਰਨ ਹੋਏ ਨੇ। ਹੁਣ ਪਾਤਸ਼ਾਹ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਇਸ ਦੇ ਵਿੱਚ ਹਾਜ਼ਰੀਆਂ ਭਰੀਏ ਜੋ ਮਹਾਰਾਜ ਸਾਨੂੰ ਪਵਿੱਤਰ ਉਪਦੇਸ਼ ਦੇ ਰਹੇ ਨੇ ਸਰਵਣ ਕਰਨ ਹਿਤ ਸਾਹਿਬਾਂ ਨੂੰ ਝੁਕਾਓ ਸੀਸ ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਤੀਜਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 39 ਦੇ ਉੱਤੇ ਸਾਧ ਸੰਗਤ ਜੀ ਇਹ ਪਵਿੱਤਰ ਸ਼ਬਦ ਸੁਭਾਏ ਮਾਨ ਹੈ। ਸ੍ਰੀ ਰਾਗ ਪਹਿਲਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ 4 ਪਦਿਆਂ ਵਾਲਾ ਅਖੀਰਲਾ ਸ਼ਬਦ ਹੈ ਇਸ ਰਾਗ ਦੇ ਅੰਦਰ। 63 ਸ਼ਬਦ ਹੁਣ ਤੀਕਰ ਸੰਪੂਰਨ ਹੋਏ ਹਨ। 64ਵਾਂ ਰਾਗ ਸ਼ਬਦ 63 ਸ਼ਬਦਾਂ ਤੋਂ ਬਾਅਦ ਅੱਗੇ 64ਵਾਂ ਸ਼ਬਦ ਸ਼੍ਰੀ ਰਾਗ ਅੰਦਰ ਪਾਤਸ਼ਾਹ ਆਰੰਭ ਕਰਦੇ ਹਨ। ਜਗ ਹਉਮੈ ਮੈਲ ਦੁਖ ਪਾਇਆ। ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਰਹਾਉ ਵਿੱਚ ਬਚਨ ਕਹੇ ਨੇ। ਰਹਾਉ ਦੀਆਂ ਪੰਕਤੀਆਂ ਸਤਿਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ। ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ। ਮਨਮੁਖ ਹਰ ਹਰ ਕਰ ਥਕੇ ਮੈਲ ਨ ਸਕੀ ਧੋਏ। ਵੀ ਗੁਰਾਂ ਦੀ ਸ਼ਰਨ ਆਉਣਾ ਪਉ ਜੇ ਪਵਿੱਤਰ ਹੋਣਾ ਹੈ। ਮਨਮੁਖ ਪੁਰਖ ਹਰ ਹਰ ਰੱਬ ਰੱਬ ਵੀ ਕਰਕੇ ਹਾਰ ਗਏ ਪਰ ਉਹਨਾਂ ਦੀ ਵੀ ਹਉਮੈ ਦੀ ਮੈਲ ਦੂਰ ਨਹੀਂ ਹੋਈ। ਕਿਉਂਕਿ ਜੋ ਹਉਮੈ ਦੀ ਮੈਲ ਹੈ ਇਹ ਇਸੇ ਤਰ੍ਹਾਂ ਹੀ ਹੈ ਜਿਵੇਂ ਸਾਧ ਸੰਗਤ ਜੀ ਕਿਸੇ ਸ਼ੀਸ਼ੇ ਦੇ ਗੰਦਗੀ ਜੰਮੀ ਹੋਵੇ ਤੇ ਆਪਣਾ ਆਪ ਨਹੀਂ ਦਿਖਦਾ ਸਗੋਂ ਹੰਕਾਰ ਪੈਦਾ ਹੁੰਦਾ ਹੈ ਵੀ ਇਹ ਤਾਂ ਸ਼ੀਸ਼ੇ 'ਚ ਨਹੀਂ ਦਿਖ ਰਿਹਾ ਉੱਦਾਂ ਮੈਂ ਬੜਾ ਸੋਹਣਾ ਫੱਬਦਾ। ਹਉਮੈ ਕੀ ਹੈ? ਇਹ ਬਹੁਤ ਵੱਡੀ ਬਿਮਾਰੀ ਹੈ। ਸਤਿਗੁਰਾਂ ਕਿਹਾ ਕਹਿੰਦੇ ਹਉਮੈ ਦੀਰਘ ਰੋਗ ਹੈ। ਮਹਾਰਾਜ ਇਹ ਠੀਕ ਹੋ ਸਕਦਾ ਕਹਿੰਦੇ ਦਾਰੂ ਪੀਏ ਸਮਾਏ। ਇਹਦੇ ਵਿੱਚ ਦਾਰੂ ਉਪਚਾਰ ਵੀ ਚੱਲ ਜਾਂਦਾ ਹੈ ਤਾਂ ਇਹ ਬਹੁਤ ਵੱਡੀ ਬਿਮਾਰੀ ਪਰ ਇੰਨਾ ਜ਼ਰੂਰ ਹੈ ਵੀ ਇਹਦਾ ਦਵਾ ਦਾਰੂ ਹੋ ਸਕਦਾ ਉਦਮ ਕੀਤਾ ਜਾ ਸਕਦਾ ਹੈ। ਬਾਦਸ਼ਾਹ ਉਦਮ ਕੀ ਹੈ? ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ। ਭਾਈ ਗੁਰਦਾਸ ਜੀ ਦੇ ਰਾਹੀਂ ਕਹਾਤਾ ਜਪ
ਹਉਮੈ ਖੋਈ ਵੀ ਵਾਹਿਗੁਰੂ ਮੰਤਰ ਦਾ ਜਾਪ ਕਰੋ। ਵੱਡੀ ਬਿਮਾਰੀ ਵੱਡਾ ਰੋਗ ਜੋ ਹਉਮੈ ਦਾ ਹੈ ਇਹ ਵੀ ਦੂਰ ਹੋ ਜਾਵੇਗਾ। ਹਉਮੈ ਕੀ ਹੈ? ਮੈਂ ਮੇਰੀ ਵਿੱਚ ਜਿਹੜਾ ਜੀਵ ਝਗੜਦਾ ਹੈ, ਸਾਡੀ ਲੜਾਈ ਕਿਹਨਾਂ ਗੱਲਾਂ ਕਰਕੇ ਹੁੰਦੀ ਹੈ। ਮੈਂ ਇੱਦਾਂ ਕਰ ਦੂੰ, ਮੈਨੂੰ ਫਲਾਨਾ ਜਾਣਦਾ ਨਹੀਂ, ਆਹ ਸ਼ੈ ਮੇਰੀ ਹੈ, ਆਹ ਵਸਤੂ ਮੇਰੀ ਹੈ। ਬਸ ਆਪਣੀਆਂ ਦਾਅਵੇਦਾਰੀਆਂ ਕਰਦੇ ਹਾਂ ਅਸੀਂ ਹਉਮੈ ਕਾਰਨ, ਅਤੇ ਦਾਅਵੇਦਾਰੀਆਂ ਦੇ ਕਾਰਨ ਹੀ ਸਾਰੀ ਸਾਧ ਸੰਗਤ ਫਿਰ ਕਲਾ ਬਣਦੀ ਹੈ, ਕਲੇਸ਼ ਬਣਦਾ ਹੈ। ਕਿ ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਗੁਰਸਿੱਖੋ ਸੁਚੇਤ ਹੋਵੋ, ਜਗ ਹਉਮੈ ਮੈਲ ਦੁਖ ਪਾਇਆ। ਜਿਹੜਾ ਜਗ ਹੈ, ਜਗਤ, ਜਗ ਦੇ ਗੱਗੇ ਨੂੰ ਸਿਹਾਰੀ ਜੀ ਦਾ ਭਾਵ ਜਗਤ ਦੇ ਵਿਚਲੇ ਸਾਰੇ ਜੀਵ ਜਿੰਨੇ ਵੀ ਹਨ, ਉਹਨਾਂ ਨੇ ਹਉਮੈ ਦੀ ਮੈਲ ਕਰਕੇ, ਆਪਣੇ ਅੰਦਰ ਹਉਮੈ ਦੀ ਗੰਦਗੀ ਹੋਣ ਕਰਕੇ ਦੁੱਖ ਹੀ ਪਾਇਆ। ਕਦੀ ਹਉਮੈ ਕਰਕੇ ਕਦੀ ਸੁਖੀ ਨਹੀਂ ਹੋਇਆ। ਹਰਣਾਕਸ਼ ਨੇ ਵੀ ਵੇਖੋ ਹਉਮੈ ਕੀਤੀ ਸੀ, ਦੁਖੀ ਹੋਇਆ, ਅਖੀਰ ਮਰਨਾ ਹੀ ਪਿਆ ਨਾ, ਹੰਕਾਰ ਕਰਕੇ, ਹਉਮੈ ਕਰਕੇ। ਰਾਵਣ ਦੀ ਵੀ ਹਾਲਤ ਐਸੀ ਹੋਈ, ਔਰੰਗਜ਼ੇਬ ਵੀ ਮੈਂ ਕਰਦਾ ਰਿਹਾ, ਬਹੁਤ ਮਾੜੀ ਹਾਲਤ 'ਤੇ ਮਰਿਆ। ਮਰਨ ਤੋਂ ਪਹਿਲਾਂ ਵੀ ਇੱਕ ਦਿਨ ਇਹਨੂੰ ਸੁਪਨਾ ਆਇਆ। ਸੁਪਨੇ 'ਚ ਕੀ ਵੇਖਦਾ ਹੈ ਵੀ ਮੇਰਾ ਜਨਮ ਉਹ ਗੰਦਗੀ ਸਾਫ਼ ਕਰਨ ਵਾਲਿਆਂ ਦੇ ਘਰੇ ਹੋਇਆ ਏ। ਸਿਰ 'ਤੇ ਲੋਕਾਂ ਦੀ ਵਿਸ਼ਟਾ, ਜਿਹੜੀ ਗੰਦਗੀ, ਉਹਦਾ ਟੋਕਰਾ ਭਰ ਕੇ ਰੱਖਿਆ ਹੋਇਆ ਏ, ਅਤੇ ਗੰਦਗੀ ਦੇ ਟੋਕਰੇ ਦੇ ਵਿੱਚੋਂ ਗੰਦਾ ਪਾਣੀ ਚੋਰਿਆ ਹੈ, ਮੂੰਹ 'ਤੇ ਪੈ ਰਿਹਾ ਏ। ਦੂਜੇ ਪਾਸੇ ਵੇਖਦਾ ਹੈ ਮੇਰਾ ਭਰਾ ਦਾਰਾ ਸ਼ਿਕੋ ਹੈ, ਉਹਦਾ ਜਸ ਹੋ ਰਿਹਾ ਏ, ਉਹਦੀ ਸ਼ੋਭਾ ਹੋ ਰਹੀ, ਉਹਦੇ ਸਿਰ 'ਤੇ ਛਤਰ ਝੂਲ ਰਹੇ ਹਨ, ਚੌਰ ਝੁੱਲ ਰਹੇ ਹਨ। ਇੱਕ ਦਿਨ ਤ੍ਰਬਕ ਕੇ ਇੱਕਦਮ ਡਰ ਕੇ ਉੱਠ ਗਿਆ। ਤਾਂ ਉਸ ਵੇਲੇ ਸਤਿਗੁਰਾਂ ਕੋਲ ਸੁਨੇਹਾ ਭੇਜ ਕੇ ਪੁੱਛਿਆ ਸੀ 8ਵੇਂ ਮਹਾਰਾਜ ਕੋ, ਮਹਾਰਾਜ ਇਹ ਸੱਚ ਹੈ, ਕੀ ਹੈ? ਕਹਿੰਦੇ ਬਿਲਕੁਲ ਸੱਚ ਹੈ। ਜਿਹੜੇ ਰੱਬ ਦੇ ਪਿਆਰੇ, ਉਹਨਾਂ ਦੇ ਸਿਰ 'ਤੇ ਛਤਰ ਝੁੱਲੇਗਾ, ਉਹਨਾਂ ਦਾ ਰਾਜ ਰਹੇਗਾ। ਦਾਰਾ ਸ਼ਿਕੋ, ਉਹਨੂੰ ਮਹਾਰਾਜ ਕਹਿੰਦੇ ਵੀ ਅਸੀਂ ਰਾਜ ਬਖਸ਼ ਦਿੱਤਾ, ਸਰੂਪ ਰੂਪੀ ਤਖਤ ਦਾ। ਤੂੰ ਕਹਿੰਦੇ ਇੱਦਾਂ ਹੀ ਗੰਦਗੀ ਢੋਵੇਂਗਾ, ਮਲ ਵਿਸ਼ਟਾ ਹੀ ਧੋਵੇਂਗਾ। ਬਸ ਉਦਣ ਤੋਂ ਅੰਦਰੋਂ ਡਰ ਹੀ ਗਿਆ, ਫਿਰ ਕੰਬਣ ਤਾਂ ਉਦਣ ਤੋਂ ਲੱਗ ਪਿਆ। ਪਰ ਪਾਪੀ ਬੰਦਾ ਹੁੰਦਾ ਵੀ ਮਰਦੇ ਦਮ ਤੀਕਰ ਪਾਪ ਨਹੀਂ ਨਾ ਛੱਡਦਾ। ਹਉਮੈ ਜੂ ਹੈ ਅੰਦਰ, ਹਉਮੈ ਬਹੁਤ ਵੱਡੀ ਹੈ। ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਕਿੱਡੀ ਹਉਮੈ ਹੈ। ਉਹ ਹਉਮੈ ਦੀ ਮੈਲ ਕਰਕੇ ਫਿਰ ਗੰਦਗੀ ਦੇ ਟੋਕਰੇ ਢੋਣੇ ਪਏ। ਉਸ ਨੂੰ ਮਰਨ ਲੱਗਿਆਂ ਵੀ ਉਹਦੀ ਇੰਨੀ ਮਾੜੀ ਹਾਲਤ ਹੋਈ ਸਰੀਰ ਦੀ ਵੀ ਕੋਈ ਉਹਦੇ ਨੇੜੇ ਨਹੀਂ ਸੀ ਜਾਂਦਾ। ਅਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਭਲਿਓ ਵੱਡੇ ਵੱਡੇ ਅਖਵਾਉਣ ਵਾਲਿਆਂ ਦਾ ਬੁਰਾ ਹਾਲ ਹੋ ਗਿਆ ਹਉਮੈ ਕਰਕੇ। ਜੇ ਹਉਮੈ ਉਹ ਨਾ ਕਰਦੇ, ਇਹ ਨਹੀਂ ਵੀ ਜਿਹੜਾ ਵੱਡਾ ਬੰਦਾ ਹੁੰਦਾ ਵੀ ਉਹਦਾ ਬੁਰਾ ਹਾਲ ਹੁੰਦਾ, ਨਹੀਂ, ਹਉਮੈ ਵਾਲਿਆਂ ਦਾ। ਭਾਵੇਂ ਕੋਈ ਸੜਕ ਦੇ ਕਿਨਾਰੇ ਬਹਿ ਕੇ ਹਉਮੈ ਕਰੀ ਜਾਵੇ, ਹੰਗਤਾ ਹੰਕਾਰ ਮੈਂ ਮੇਰੀ, ਹਾਲ ਉਹਦਾ ਵੀ ਉਸੇ ਤਰ੍ਹਾਂ ਹੋਣਾ। ਹੁਣ ਰਾਜਾ ਜਨਕ ਹੈ, ਉਹ ਵੀ ਤਾਂ ਰਾਜਾ ਹੈ, ਉਹਦੇ ਸਿਰ 'ਤੇ ਵੀ ਛਤਰ ਝੁੱਲਦੇ, ਤਖਤ 'ਤੇ ਬੈਠਾ ਏ, ਪਰ ਉਹ ਹਰ ਸਮੇਂ ਨਿਮਰ ਹੋ ਕੇ ਰਹਿੰਦਾ, ਉਹ ਰੱਬ ਦਾ ਨਾਮ ਜਪਦਾ। ਉਹਨੂੰ ਗੁਰਮੁਖ ਕਿਹਾ ਮਹਾਰਾਜ ਨੇ, ਧੰਨ ਧੰਨ ਕਿਹਾ ਹੈ। ਸੋ ਇਸ ਕਰਕੇ ਜਗਤ ਦੇ ਵਿੱਚ ਜਿਹੜੇ ਜੀਵ ਹਨ ਗੁਰੂ ਤੋਂ ਬੇਮੁਖ, ਹਉਮੈ ਦੀ ਮੈਲ ਨਾਲ ਹੀ ਭਰੇ ਪਏ ਨੇ। ਇਸ ਹਉਮੈ ਦੀ ਮੈਲ ਕਰਕੇ ਬਹੁਤੇ ਦੁਖੀ ਪਾਏ ਨੇ, ਕਦੀ ਇਹਨਾਂ ਨੂੰ ਸੁਖ ਚੈਨ ਨਹੀਂ ਮਿਲਿਆ। ਮਾਲ ਲਾਗੀ ਦੂਜੈ ਭਾਏ। ਮਹਾਰਾਜ ਹਉਮੈ ਦੀ ਮੈਲ ਜੇ ਦੁੱਖ ਦਾ ਕਾਰਨ ਹੈ ਤਾਂ ਇਹ ਮੈਲ ਲੱਗਦੀ ਕਿਵੇਂ ਹੈ? ਕਹਿੰਦੇ ਵੀ ਦੂਜਾ ਭਾਏ, ਦਵੈਤ ਵਿੱਚ ਪਿਆਰ ਕਰਨੇ ਕਰਕੇ। ਅਵਲ ਕੀ ਹੈ? ਅਵਲ ਉਹ ਹੈ ਪਰਮੇਸ਼ਰ। ਉਹ ਇੱਕ ਨੂੰ ਛੱਡਤਾ, ਇੱਕ ਨੂੰ ਬਿਰਤੀ, ਇੱਕ ਤੋਂ ਧਿਆਨ ਤੋੜ ਕੇ ਜਦੋਂ ਦੂਜੇ ਪਾਸੇ ਪਦਾਰਥਾਂ 'ਚ, ਸਰੀਰਾਂ 'ਚ, ਮੂੰਹ ਵੇਖਣ ਦੇ ਵਿੱਚ, ਆਹ ਚਿਹਰਾ ਸੋਹਣਾ, ਆਹ ਫਲਾਨਾ, ਇਹੋ ਜਿਹੇ ਕੰਮਾਂ 'ਚ, ਮਾਇਆ ਦੀ ਖਿੱਚ ਵੱਲ, ਪਦਾਰਥਾਂ ਵੱਲ, ਅਹੁਦਿਆਂ ਵੱਲ, ਕਦੀ ਆਪਣਾ ਸਰੀਰ ਵੇਖ ਲਿਆ। ਇਹ ਸਾਰੇ ਜਿਹੜੇ ਦੂਜਾ ਭਾਵ ਹੀ ਹੈ ਵੀ ਵਾਹਿਗੁਰੂ ਤੋਂ ਬਗੈਰ ਹਰ ਇੱਕ ਚੀਜ਼ ਦਾ ਖਿਆਲ ਰਹਿਣਾ, ਪਰ ਪਰਮੇਸ਼ਰ ਦਾ ਖਿਆਲ ਨਾ ਕਰਨਾ, ਵਾਹਿਗੁਰੂ ਦਾ ਨਾਮ ਨਾ ਜਪਣਾ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਦਵੈਤ ਭਾਵ ਦੇ ਵਿੱਚ ਦੂਜੇ ਪਾਸੇ ਮੁਹੱਬਤ ਪਾਉਣੇ ਕਰਕੇ
ਆਪਣੇ ਪਤੀ ਮਾਲਕ ਨੂੰ ਛੱਡ ਕੇ ਹੋਰ ਪਾਸੇ ਪ੍ਰੀਤਾਂ ਪਾਉਣੇ ਕਰਕੇ ਜੀਵਾਂ ਦੇ ਅੰਦਰ ਹਉਮੈ ਦੀ ਮੈਲ ਭਰ ਜਾਂਦੀ, ਗੰਦਗੀ ਲੱਗਦੀ ਆ। ਮਾਲ ਹਉਮੈ ਧੋਤੀ ਕਿਵੈ ਨਾ ਉਤਰੈ। ਫਿਰ ਕੋਈ ਸਿੱਖ ਜੇ ਸਵਾਲ ਕਰੇ ਵੀ ਮਹਾਰਾਜ ਕੱਪੜੇ ਵੀ ਮੈਲੇ ਹੋ ਜਾਂਦੇ ਆ, ਇਹ ਵੀ ਤਾਂ ਧੋ ਹੀ ਲਈਦੇ ਨੇ ਨਾ। ਕੱਪੜੇ ਮੈਲੇ ਹੁੰਦੇ ਹਨ, ਸਰੀਰ ਮੈਲਾ ਹੁੰਦਾ, ਧੁੱਪ ਜਾਂਦਾ ਏ, ਸਾਫ ਸਵੱਛ ਹੋ ਜਾਂਦਾ। ਹਉਮੈ ਦੀ ਮੈਲ ਵੀ ਤਾਂ ਇਦਾਂ ਹੀ ਧੋਤਿਆਂ ਹੀ ਫਿਰ ਲੱਥ ਜਾਂਦੀ ਹੋਵੇਗੀ ਕਿਸੇ ਤੀਰਥ ਦੇ ਨਹਾ ਨੂ ਕੇ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਹਉਮੈ ਦੀ ਮੈਲ ਜੀਵਾਂ ਨੂੰ ਅੰਦਰ ਲੱਗੀ ਹੈ ਨਾ, ਇਹ ਬੜੀ ਸੂਖਮ ਹੈ, ਬੜੀ ਬਰੀਕ ਹੈ ਤੇ ਬਹੁਤ ਹੀ ਤੰਗ ਕਰਨ ਵਾਲੀ ਹੈ। ਮਲ ਹਉਮੈ ਧੋਤੀ ਕਿਵੇਂ ਨਾ ਉਤਰੈ। 68 ਤੀਰਥ ਨੇ, ਸਾਰੇ ਤੀਰਥਾਂ ਦੇ ਜਾ ਕੇ ਨਹਾਈ ਜਾਵੇ, ਇਸ਼ਨਾਨ ਕਰੀ ਜਾਵੇ, ਕਿਵੇਂ ਕਰਕੇ ਵੀ ਕਹਿੰਦੇ ਹਉਮੈ ਦੀ ਮੈਲ ਲੱਗੀ ਹੋਈ ਉਤਰਦੀ ਨਹੀਂ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਤੀਰਥ ਜਿਹੜੇ ਹਨ ਉਹਨਾਂ ਦੀ ਨਿੰਦਿਆ ਨਹੀਂ, ਪਰ ਤੀਰਥਾਂ ਦੇ ਵਾਰ ਕਿਸੇ ਨੂੰ ਕਹਿੰਦੇ ਵਾਰ ਮਿਲਿਆ ਹੈ ਵੀ ਇੱਥੇ ਨਹਾਉਣ ਦੇ ਨਾਲ ਸਰੀਰ ਠੀਕ ਹੋ ਜਾਂਦਾ ਹੈ, ਬਿਮਾਰੀ ਠੀਕ ਹੁੰਦੀ ਹੈ। ਕਿਸੇ ਤੀਰਥ ਨੂੰ ਵਾਰ ਹੈ ਵੀ ਇੱਥੇ ਨਹਾਤਿਆਂ ਪੁੰਨ ਮਿਲਦਾ ਹੈ, ਪਰ ਕਿਤੇ ਇਹ ਨਹੀਂ ਲਿਖਿਆ ਵੀ ਇਸ ਤੀਰਥ 'ਤੇ ਨਹਾਤਿਆਂ ਹਉਮੈ ਦੀ ਮੈਲ ਲੱਥਦੀ ਹੈ। ਕਿਤੇ ਇਹ ਵਰ ਨਹੀਂ ਮਿਲਿਆ ਵੀ ਇਸ ਤੀਰਥ 'ਤੇ ਨਹਾਤਿਆਂ ਰੱਬ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਮਲ ਹਉਮੈ ਧੋਤੀ ਕਿਵੇਂ ਨਾ ਉਤਰੈ। ਜਿੰਨਾ ਮਰਜ਼ੀ ਕੋਈ ਜਾ ਕੇ ਯਤਨ ਕਰ ਲਵੇ, ਜੋ ਤੀਰਥਾਂ ਦੇ ਨਹਾਉਣ ਦਾ ਯਤਨ ਕਰਨਾ, ਫਿਰ ਦੇਵਤਿਆਂ ਦੇ ਦੱਸੇ ਹੋਏ ਮੰਤਰਾਂ ਦਾ ਜਪ ਕਰ ਲਵੇ, ਜਪੀ ਜਾਵੇ ਜੋ ਦੇਵਤਿਆਂ ਨੇ ਮੰਤਰ ਦਿੱਤਾ ਹੈ, ਤਪ ਸਾਧ ਲਵੇ, ਸਰੀਰ ਨੂੰ ਤੰਗੀ ਦਵੇ, ਜਲ ਧਾਰੇ ਕਰ ਲੇ, ਪੁੱਠਾ ਲਟਕ ਜਾਵੇ। ਤੇ ਜਾਂ ਫਿਰ ਕਹਿੰਦੇ ਹਨ ਵੀ ਹੋਰ ਹੱਠ ਧਾਰਨ ਕਰਕੇ ਆਪਣੇ ਸਰੀਰ ਨੂੰ ਜਿਵੇਂ ਆਰੇ ਨਾਲ ਹੀ ਚਰਾ ਲਵੇ, ਜਿਵੇਂ ਉੱਥੇ ਕਾਂਛੀ 'ਚ ਕਰਦੇ ਹੁੰਦੇ ਸਨ ਵੀ ਟੋਟੇ ਟੋਟੇ ਸਰੀਰ ਕਰਾ ਲੈਂਦੇ ਸਨ, ਕਹਿੰਦੇ ਇਹਦੇ ਨਾਲ ਮੁਕਤੀ ਮਿਲਦੀ ਹੈ। ਇਸ ਤਰ੍ਹਾਂ ਵੀ ਕਹਿੰਦੇ ਹੱਠ ਧਾਰਨ ਕੀਤਿਆਂ ਵੀ, ਯਤਨ ਕੀਤਿਆਂ ਵੀ ਹਉਮੈ ਦੀ ਮੈਲ ਨਹੀਂ ਧੋਤੀ ਜਾਂਦੀ। ਜੇ 100 ਤੀਰਥ ਨਹਾਏ। ਭਾਵੇਂ ਕੋਈ 68 ਤੀਰਥਾਂ ਦੀ ਗੱਲ ਛੱਡ ਦੋ, 100 ਤੀਰਥਾਂ ਦੇ ਵੀ ਜਾ ਕੇ ਨਹਾਉਂਦਾ ਫਿਰੇ, ਕਿਉਂਕਿ ਤੀਰਥ ਤਾਂ 200 ਤੋਂ ਵੀ ਜ਼ਿਆਦੇ ਹਨ, ਪਰ ਉਹਨਾਂ 'ਚ ਮੁੱਖ ਤੀਰਥ 68 ਕਹੇ ਨੇ। 68 ਤੋਂ ਵੀ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਵੇਂ 100 ਦੇ ਨਹਾ ਲਓ, ਕਿਉਂਕਿ ਸਤਿਗੁਰੂ ਸਾਹਿਬ ਜੀ ਦਾ ਆਪਣਾ ਤਜਰਬਾ ਵੀ ਦੱਸ ਰਹੇ ਨੇ। ਗੁਰੂ ਸ਼ਰਨ ਆਉਣ ਤੋਂ ਪਹਿਲਾਂ ਮਹਾਰਾਜ ਸਾਧ ਸੰਗਤ 19 ਵਰਾਂ ਗੰਗਾ ਇਸ਼ਨਾਨ ਵਾਸਤੇ ਗਰੀਬ ਨਿਵਾਸ ਸਤਿਗੁਰੂ ਗਏ। ਜਦੋਂ ਵਾਪਸ ਆ ਰਹੇ ਸਨ 20 ਵਰਾਂ ਇਸ਼ਨਾਨ ਕਰਕੇ, ਤਾਂ ਇੱਕ ਜੋ ਸਾਧੂ ਭੇਖ ਦਾ ਮਨੁੱਖ, ਉਹਦੀ ਸੰਗਤ ਵੈਰਾਗੀ ਦੀ ਪ੍ਰਾਪਤ ਹੋਈ। ਬਚਨ ਕਰਦਿਆਂ ਘਰੇ ਲੈ ਆਏ, ਬਾਸਰ ਕੇ ਗੱਲਾਂ ਹੈ ਬਾਬੇ ਸ਼੍ਰੀ ਚੰਦ ਦਾ ਚੇਲਾ ਸੀ। ਉਹਦੇ ਕੋਲ ਜਪ ਸਾਹਿਬ ਦਾ ਪਾਠ ਸੁਣਿਆ, ਗੁਰੂ ਅਮਰਦਾਸ ਪ੍ਰਭਾਵਿਤ ਹੋਏ। ਤੇ ਫਿਰ ਜਦੋਂ ਪ੍ਰਸ਼ਾਦਾ ਛਕਾਉਣ ਲੱਗੇ, ਸੁਭਾਵਕ ਉਹ ਸਾਧੂ ਨੇ ਪੁੱਛ ਲਿਆ ਤੁਹਾਡੇ ਗੁਰੂ ਦਾ ਕੀ ਨਾਮ ਹੈ? ਕਹਿੰਦਾ ਜੀ ਗੁਰੂ ਦਾ ਨਾਮ ਕੀ ਦੱਸਾਂ? ਬਾਬਾ ਅਮਰਦਾਸ ਜੀ ਕਹਿੰਦੇ ਮੈਂ ਤਾਂ ਹਾਲਾਂ ਕੋਈ ਗੁਰੂ ਹੀ ਨਹੀਂ ਧਾਰਨ ਕੀਤਾ, ਉਹ ਮੈਂ ਬੜੇ ਧਰਮ ਦੇ ਕਰਮ ਕਰਦਾ। ਉਹ ਕਹਿੰਦਾ ਉਹ ਮੇਰਾ ਤੇ ਇਸ਼ਨਾਨ ਕੀਤਾ ਹੀ ਯਾਰ ਕੀ ਵਿਅਰਥ ਚਲਾ ਗਿਆ, ਮੇਰਾ ਤੇ ਸਭ ਜਪ ਤਪ ਸਾਧਨ ਅੱਜ ਦੇ ਨਿਤਨੇਮ ਅਜਾਈ ਚਲਾ ਗਿਆ। ਇੱਕ ਨਗੁਰੇ ਬੰਦੇ ਦੀ ਸੰਗਤ ਕਰ ਲਈ ਹੈ, ਦਿਲ ਤੇ ਚੋਟ ਵੱਜੀ ਸੀ। ਫੇਰ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਕੋ ਹਾਜ਼ਰ ਹੋਏ, 72 ਵਰਿਆਂ ਦੇ ਸਨ। ਇਹ ਨਹੀਂ ਵੀ ਪਹਿਲੇ ਕਰਮ ਮਾੜੇ ਸੀ ਜਾਂ ਪਹਿਲਾਂ ਕੁਝ ਮਾੜਾ ਕੰਮ ਕਰਦੇ, ਬੜੇ ਧਾਰਮਿਕ ਤੀਰਥ ਇਸ਼ਨਾਨੀ, ਜੋ ਪੁਰਾਣੇ ਦੱਸੇ ਜੰਤਰ ਦੇਵਤਿਆਂ ਦੇ ਮੰਤਰਾਂ ਦੇ ਜਾਪ ਤਪ ਸਾਧਨਾ ਸਭ ਕੁਝ ਕੀਤੀ, ਪਰ ਜੋ ਆਨੰਦ ਗੁਰੂ ਸਾਹਿਬ ਦੀ ਸ਼ਰਨ ਆਇਆ ਉਹ ਨਹੀਂ ਸੀ ਕਿਤੇ ਆਇਆ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨਹਾ ਲਓ ਭਾਈ, ਅਸੀਂ ਨੇ ਵੇਖਿਆ ਨਹਾ ਕੇ ਤੀਰਥਾਂ ਦੇ, ਤੁਸੀਂ ਵੀ ਨਹਾ ਕੇ ਵੇਖ ਲਓ, ਭਾਵੇਂ 100 ਤੀਰਥ 'ਤੇ ਨਹਾ ਕੇ ਵੇਖ ਲਓ। ਹਉਮੈ ਦੀ ਮੈਲ ਇੰਨੀ ਸੂਖਮ ਹੈ, ਇੰਨੀ ਬੰਦੇ ਨੂੰ ਦੁਖੀ ਕਰਦੀ ਹੈ ਵੀ ਇਹ ਧੋਤਿਆਂ ਧੋਤੀ ਨਹੀਂ ਜਾ ਸਕਦੀ, ਲੱਥਦੀ ਨਹੀਂ ਤੀਰਥਾਂ ਉੱਪਰ। ਬਹੁ ਵਿਧ ਕਰਮ ਕਮਾਵਦੇ। ਤੇ ਫਿਰ ਮਹਾਰਾਜ ਤੀਰਥਾਂ ਦੇ ਨਹਾਤਿਆਂ ਮੈਲ ਨਹੀਂ ਉਤਰਦੀ ਹਉਮੈ ਦੀ, ਤਾਂ ਫਿਰ ਇਹ ਕਰਮ ਕੀਤਿਆਂ ਲੱਥ ਜਾਂਦੀ ਹੋਊ ਨਾ। ਜਿਹੜੇ ਨਿਤ ਨਮਿਤ ਪ੍ਰਾਸ਼ਚਿਤ ਕਰਮ ਕਰਨੇ ਹਨ,
ਇਹਨਾਂ ਕਰਮਾਂ ਦੇ ਨਾਲ ਤਾਂ ਫਿਰ ਮੈਲ ਉਤਰ ਹੀ ਜਾਂਦੀ ਹੋਵੇਗੀ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਵੇਂ ਬਹੁਤ ਵਿਧੀਆਂ ਦੇ ਬਹੁਤ ਢੰਗਾਂ ਦੇ ਨਾਲ ਨਿਤ ਨਮਿਤ ਪ੍ਰਾਸ਼ਚਿਤ ਕਰਮ ਵੀ ਕਮਾਉਣੇ ਹਨ, ਜਿਹੜੇ ਜੀਵ ਇਹਨਾਂ ਕਰਮਾਂ ਦੇ ਸਾਧਨਾਂ ਦੇ ਤਾਈਂ ਕਰਦੇ ਨੇ, ਉਦਮ ਕਰਦੇ ਨੇ। ਦੂਣੀ ਮਾੜ ਲਾਗੀ ਆਏ। ਕਹਿੰਦੇ ਉਹਨਾਂ ਦੀ ਹਉਮੈ ਦੀ ਮੈਲ ਤਾਂ ਕੀ ਲੱਥਣੀ ਸੀ। ਆ ਪਿਛੇ ਕਹੇ ਸਾਰੇ ਜਿਹੜੇ ਕਰਮ ਕਰਨ ਵਾਲੇ, ਤੀਰਥਾਂ ਤੇ ਨਹਾਉਣ ਵਾਲੇ ਅਤੇ ਫਿਰ ਜੋ ਕਰਮਾਂ ਨੂੰ ਕਰਨ ਵਾਲੇ ਦੂਣੀ ਮਲ ਲਾਗੀ ਆਏ, ਉਹਨਾਂ ਨੂੰ ਦੁੱਗਣੀ ਮੈਲ ਲੱਗ ਜਾਂਦੀ ਹਉਮੈ ਦੀ, ਅੱਗੇ ਤੋਂ ਹੀ ਵੱਧ। ਮੈਂ ਇੰਨੀ ਵਾਰ ਫਲਾਣੇ ਤੀਰਥ ਦੀ ਯਾਤਰਾ ਕੀਤੀ, ਮੈਂ ਇੰਨੀ ਵਾਰ ਉਸ ਤੀਰਥ 'ਤੇ ਇਸ਼ਨਾਨ ਕੀਤਾ, ਉਹ ਮੈਲ ਕਹਿੰਦੇ ਹਉਮੈ ਦੀ ਹੋਰ ਵੱਧ ਗਈ। ਮੈਂ ਹੋਰ ਅੰਦਰ ਪ੍ਰਬਲ ਹੋ ਗਈ। ਮੈਂ ਆਹ ਕਰਮ ਕੀਤਾ, ਮੈਂ ਆਹ ਕਰਮ ਕੀਤਾ, ਇੰਨਾ ਦਾਨ ਕਰ ਦਿੱਤਾ, ਉਹ ਮੈਲ ਸਗੋਂ ਦੁੱਗਣੀ ਹੋ ਗਈ ਜਿਹੜੇ ਨਿਤ ਨਮਿਤ ਪ੍ਰਾਸ਼ਚਿਤ ਕਰਮ ਕਰਦੇ ਹਨ ਜੀਵ। ਸਾਧ ਸੰਗਤ ਜੀ, ਜਿਵੇਂ ਹੁਣ ਆ ਮਹੀਨਾ ਹੀ ਚੱਲ ਰਿਹਾ, ਅੱਜ ਹੀ ਹੈ, ਲੋਕ ਸ਼ਰਾਧ ਜਿਹੜੇ ਹਨ ਸ਼ਰਾਧ ਮੰਨਦੇ ਨੇ ਅਤੇ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਕਰਮ ਕਰਦੇ ਹਨ, ਨਿਮਿਤ ਕਰਮ ਕਰਦੇ ਨੇ ਆਪਣੇ ਪਿਤਰਾਂ ਦੇ ਨਿਮਿਤ। ਕਹਿੰਦੇ ਵੀ ਇਹ ਜਿਹੜੇ 15 ਦਿਨ ਹੁੰਦੇ ਆ, ਇਹਨਾਂ 'ਚ ਜੋ ਵੀ ਕੁਝ ਖਵਾਈਏ ਪਿਆਈਏ ਉਹ ਪਿਤਰਾਂ ਨੂੰ ਪਹੁੰਚਦਾ, ਅਤੇ ਫਿਰ ਪਿਤਰਾਂ ਨੂੰ ਪਹੁੰਚਦਾ ਜਦੋਂ ਤਾਂ ਲੋਕਾਂ ਦਾ ਵਿਸ਼ਵਾਸ ਹੈ, ਕਹਿੰਦੇ ਵੀ ਇਹਦੇ ਨਾਲ ਘਰ 'ਚ ਸ਼ਾਂਤੀ ਬਣੀ ਰਹਿੰਦੀ ਆ, ਵੀ ਪਿਤਰ ਨਾਰਾਜ਼ ਨਹੀਂ ਹੁੰਦੇ। ਉਹ ਜਿਹੜੇ ਹੁਣ ਵਿਚਾਰੇ ਮਰ ਗਏ, ਉਹਨਾਂ ਕੀ ਨਾਰਾਜ਼ ਹੋਣਾ, ਜਦੋਂ ਜਿਉਂਦਿਆਂ ਨਹੀਂ ਉਹਨਾਂ ਦੀ ਸੇਵਾ ਹੋਈ ਉਦੋਂ ਤਾਂ ਉਹ ਨਾਰਾਜ਼ ਹੋਣ ਜੋਗੇ ਰਹੇ ਨਾ। ਜਿਹੜੇ ਬਜ਼ੁਰਗ ਹੈ ਉਦੋਂ ਤਾਂ ਲੋਕ ਗੁੱਠੇ ਲਾ ਛੱਡਦੇ, ਉਹਨਾਂ ਦੀ ਗੱਲ ਕੋਈ ਨਹੀਂ ਚੱਲਦੀ। ਕਹਿੰਦੇ ਵੀ ਤੂੰ ਆਪਣਾ ਕੰਮ ਕਰ, ਅਸੀਂ ਆਪੇ ਵੇਖਾਂਗੇ। ਮੰਜਾ ਵੀ ਉਦੋਂ ਘਰ ਦੇ ਬਾਹਰ ਜੇ, ਤੂੰ ਬਸ ਇੱਥੇ ਐਵੇਂ ਇੱਧਰ ਉੱਧਰ ਦੀਆਂ ਗੱਲਾਂ, ਨਿਆਣਿਆਂ ਨੂੰ ਟੋਕਤਾ, ਕਦੀ ਕਿਸੇ ਨੂੰ ਇਹ ਨਾ ਕਰਿਆ ਕਰ, ਤੂੰ ਇੱਥੇ ਬਹਿ ਕੇ ਦਰਵਾਜ਼ੇ ਦੇ ਕੁੱਤੇ ਮੋੜਿਆ ਕਰ, ਆਏ ਗਏ ਨੂੰ ਪੁੱਛਿਆ ਕਰ, ਬਸ ਤੇਰਾ ਇਹੀ ਕੰਮ ਹੈ। ਅਤੇ ਜਾਂ ਕਹਿ ਤੂੰ ਬਈ ਖੂੰ ਖੂੰ ਕਰਦਾ ਹੈ, ਤੇਰੇ ਕਰਕੇ ਬੱਚਿਆਂ ਨੂੰ ਪਰੇਸ਼ਾਨੀ ਆਉਂਦੀ ਹੈ। ਇਸ ਤਰ੍ਹਾਂ ਬਜ਼ੁਰਗਾਂ ਦੇ ਨਾਲ ਸਲੂਕ ਤਾਂ ਜਿਉਂਦਿਆਂ ਕਰਦੇ ਹਨ। ਜੀਵਤ ਪਿਤਰ ਨਾ ਮਾਨੈ ਕੋ, ਜਿਉਂਦਿਆਂ ਦੇ ਆਪਣੇ ਬਜ਼ੁਰਗਾਂ ਨੂੰ, ਦਾਦੇ ਪੜਦਾਦੇ ਬਾਪ ਨੂੰ ਕੋਈ ਮੰਨਦਾ ਨਹੀਂ, ਉਦੋਂ ਉਹਨਾਂ ਦੀ ਕੋਈ ਸੇਵਾ ਨਹੀਂ ਕਰਦਾ, ਕੋਈ ਸਤਿਕਾਰ ਨਹੀਂ ਕਰਦਾ, ਮੂਹੇ ਸਰਾਧ ਕਰਾਹੀ। ਅਤੇ ਕਹਿੰਦੇ ਜਦੋਂ ਮਰ ਜਾਂਦੇ ਆ ਫਿਰ ਸਰਾਧ ਕਰਾਉਂਦੇ ਫਿਰਦੇ ਨੇ ਵੀ ਅਸੀਂ ਆਪਣੇ ਪਿਤਰਾਂ ਨੂੰ ਖੁਸ਼ ਕਰਨਾ ਹੈ। ਜਿਉਂਦਿਆਂ ਕਰਦੇ ਸਾਂ ਉਦਮ, ਮਰੇ ਤੋਂ ਕਹਿੰਦੇ ਖੁਸ਼ ਕਰਨਾ ਹੈ। ਫਿਰ ਭਗਤ ਜੀ ਕਹਿੰਦੇ ਨੇ ਪਿਤਰ ਵੀ ਬਪਰੇ ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਵੀ ਉਹ ਵਿਚਾਰੇ ਪਿੱਤਰ ਵੀ ਕੀ ਪਾਉਂਦੇ ਨੇ, ਉਹ ਤਾਂ ਇੱਥੇ ਕਾਂ ਕੁੱਤੇ ਹੀ ਖਾ ਜਾਂਦੇ ਹਨ ਜੋ ਕੁਝ ਵੀ। ਕਹਿੰਦੇ ਵੀ ਅਸੀਂ ਸਰਾਧ ਕੀਤਾ ਫਲਾਣੇ ਦੇ ਨਿਮਿਤ। ਜਿਵੇਂ ਭਗਤ ਕਬੀਰ ਸਾਹਿਬ, ਉਹਨਾਂ ਦੇ ਗੁਰੂ ਰਾਮਾਨੰਦ ਜੀ ਇੱਕ ਦਿਨ ਕਹਿਣ ਲੱਗੇ ਵੀ ਜਾਓ, ਪਿੱਤਰ ਹੈ, ਪਿੱਤ ਸਰਾਧ ਹੈ, ਹੇ ਕਬੀਰ ਤੂੰ ਵੀ ਉਦਮ ਕਰ, ਜਾਂ ਦੁੱਧ ਲੈ ਕੇ ਆ ਗਊ ਦਾ, ਖੀਰ ਬਣਾਈਏ ਪਿੱਤਰਾਂ ਦੇ ਨਿਮਿਤ। ਕਬੀਰ ਜੀ ਡੋਲੂ ਲੈ ਕੇ ਡੇਰੇ ਤੋਂ ਚੱਲ ਪਏ। ਜੰਗਲ ਦਾ ਅਰਸਥਾ ਸੀ, ਰਾਹ ਵਿੱਚ ਜਾ ਰਹੇ ਨੇ। ਥੋੜ੍ਹੇ ਹੀ ਸਮਾਂ ਪਹਿਲਾਂ ਗਊ ਕੋਈ ਚੜ੍ਹਾਈ ਕੀਤੀ, ਰਸਤੇ 'ਚ ਵੇਖੀ, ਉਹਨਾਂ ਕੀਤਾ ਵੀ ਡੋਲੂ ਜਿਹੜਾ ਹੈ ਉਹ ਰੱਖ ਦਿੱਤਾ ਉੱਥੇ ਹੀ, ਜਿੱਧਰਲੇ ਪਾਸੇ ਨੂੰ ਗਾਂ ਦੇ ਥਣ ਸਨ। ਘਾਹ ਇੱਧਰੋਂ ਉੱਧਰ ਇਕੱਠਾ ਕੀਤਾ ਅਤੇ ਮਰੀ ਹੋਈ ਗਊ ਦੇ ਮੂੰਹ ਦੇ ਲਾਗੇ ਢੇਰੀ ਲਾ ਕੇ ਰੱਖ ਕੇ ਅਤੇ ਬੈਠ ਗਏ। ਬੈਠੇ ਰਹੇ, ਦਿਨ ਲੰਘ ਗਿਆ, ਰਾਤ ਹੋਣ ਦੇ ਨੇੜੇ ਆ ਗਈ। ਰਾਮਾਨੰਦ ਜੀ ਵੇਖਦੇ ਨੇ ਕਬੀਰ ਕਿੱਧਰ ਚਲਾ ਗਿਆ। ਇਹਨੂੰ ਕਿਹਾ ਸੀ ਵੀ ਜਲਦੀ ਆਵੀਂ, ਦੁੱਧ ਲੈ ਕੇ ਖੀਰ ਬਣਾਉਣੀ ਹੈ ਪਿੱਤਰਾਂ ਦੇ ਨਿਮਿਤ। ਇਹ ਆਇਆ ਕਿਉਂ ਨਹੀਂ ਹੈ? ਸਰਾਧਾਂ ਦਾ ਸਮਾਂ ਲੰਘਦਾ ਜਾ ਰਿਹਾ ਹੈ, ਟਾਈਮ ਖਤਮ ਹੁੰਦਾ ਜਾ ਰਿਹਾ। ਆਪ ਨਿਕਲ ਪਏ ਉਸੇ ਰਸਤੇ, ਤੁਰੇ ਆਏ। ਰਾਹ ਵਿੱਚ ਕੀ ਵੇਖਦੇ ਨੇ ਵੀ ਕਬੀਰ ਬੈਠਾ ਹੈ ਇੱਕ ਮਰੀ ਹੋਈ ਗਊ ਦੇ ਨੇੜੇ। ਕਹਿਣ ਲੱਗੇ ਕਬੀਰ ਤੈਨੂੰ ਕਿਹਾ ਸੀ ਦੁੱਧ ਲੈ ਕੇ ਆਵੀਂ, ਤੂੰ ਇੱਥੇ ਬੈਠਾ ਹੈ। ਕਹਿੰਦੇ ਹੇ ਗੁਰੂ ਜੀ, ਹੇ ਰਾਮਾਨੰਦ ਜੀ, ਤੁਹਾਡਾ ਹੀ ਬਚਨ ਮੰਨਣ ਵਾਸਤੇ ਬੈਠਾ। ਕਹਿੰਦੇ ਕੀ ਕਰਦਾ ਹੈ? ਕਹਿੰਦਾ ਇਹ ਗਊ ਜੋ ਹੈ ਇਸ ਦੇ ਅੱਗੇ ਮੈਂ ਘਾਹ ਰੱਖਿਆ ਹੋਇਆ ਏ, ਇਹ ਉੱਠਦੀ ਹੋਈ ਨਹੀਂ ਹੈ। ਜਦੋਂ ਇਹ ਘਾਹ ਨੂੰ ਖਾਵੇਗੀ ਤਦੋਂ ਫਿਰ ਇਹ ਦੁੱਧ ਦੇਣ ਜੋਗੀ ਹੋਊ, ਫਿਰ ਮੈਂ ਇਸ ਦਾ ਦੁੱਧ ਚੋਵਾਂਗਾ ਅਤੇ ਫਿਰ ਹੀ ਲੈ ਕੇ ਆਉਂਦਾ ਖੀਰ ਬਣਾਉਣ ਵਾਸਤੇ। ਰਾਮਾਨੰਦ ਜੀ ਕਹਿੰਦੇ ਕਬੀਰ ਮੂਰਖ ਹੈ। ਕਹਿੰਦੇ ਕਿਉਂ? ਕਹਿੰਦੇ ਗਊ ਤਾਂ ਮਰ ਚੁੱਕੀ ਹੈ, ਮਰੀ ਹੋਈ ਗਊ ਕਿਵੇਂ ਘਾਹ ਖਾ ਲਵੇਗੀ?
ਇਹ ਮਰੀ ਹੋਈ ਗਊ ਕਿਵੇਂ ਦੁੱਧ ਦੇ ਸਕਦੀ ਆ। ਬਸ ਇਹੀ ਗੱਲ ਆਪਣੇ ਗੁਰੂ ਦੇ ਮੁਖੋਂ ਕਹਾਉਣੀ ਸੀ। ਕਬੀਰ ਜੀ ਕਹਿਣ ਲੱਗੇ ਵੀ ਹੇ ਗੁਰੂ ਜੀ, ਹੇ ਰਾਮਾਨੰਦ ਜੀ, ਹੁਣ ਕੁਝ ਸਮਾਂ ਪਹਿਲਾਂ ਇਹ ਗਾਂ ਮਰੀ ਆ। ਜੇ ਇਹ ਮਰੀ ਹੋਈ ਗਾਂ ਉੱਠ ਕੇ ਘਾਹ ਨਹੀਂ ਖਾ ਸਕਦੀ, ਜੇ ਇਹ ਦੁੱਧ ਨਹੀਂ ਦੇ ਸਕਦੀ, ਤਾਂ ਜਿਹੜੇ ਪਿੱਤਰ, ਜਿਹੜੇ ਵੱਡੇ ਵਡੇਰੇ, ਦਾਦੇ ਪੜਦਾਦੇ ਪਤਾ ਨਹੀਂ ਕਦੋਂ ਦੇ ਮਰੇ ਹੋਏ ਹਨ, ਦੱਸੋ ਵੀ ਇਹ ਖੀਰ ਜਿਹੜੀ ਤੁਸੀਂ ਕਹਿੰਦੇ ਬਣਾ ਕੇ ਖਵਾਉਣੀ, ਇਹ ਉਹਨਾਂ ਤਾਈਂ ਕਿਵੇਂ ਪਹੁੰਚ ਸਕਦੀ ਹੈ ਜੇ ਮਰੀ ਗਾਂ ਘਾਹ ਨਹੀਂ ਖਾ ਸਕਦੀ। ਰਾਮਾਨੰਦ ਜੀ ਕਹਿੰਦੇ ਨੀਵੀਂ ਪਾ ਕੇ ਕੁਝ ਬੋਲੇ, ਇਹਨਾਂ ਦੇ ਡੇਰੇ ਆ ਗਏ ਕਿ ਇਹ ਮੇਰਾ ਜੋ ਸ਼ਿਸ਼ ਕਬੀਰ ਹੈ ਗੱਲ ਤਾਂ ਬਿਲਕੁਲ ਸਹੀ ਕਹਿੰਦਾ ਹੈ। ਇਸ ਤਰ੍ਹਾਂ ਦੇ ਕਰਮ ਹਨ ਸਾਡੇ। ਕਬੀਰ ਜੀ ਨੇ ਜੁਗਤੀ ਦੇ ਨਾਲ ਵੇਖੋ ਉਹ ਜਿਨ੍ਹਾਂ ਕੋਲ ਰਹਿੰਦੇ ਸਨ ਉਹਨੂੰ ਹੀ ਸਮਝਾ ਲਿਆ, ਕਿਉਂਕਿ ਉਹ ਗੁਰੂ ਸਨ ਵਿਦਿਆ ਦੇਣ ਵਾਲੇ, ਪਰ ਕਬੀਰ ਜੀ ਧੁਰੋਂ ਆਏ ਸਨ, ਇਹ ਜਗਤ ਦੀ ਕਲਿਆਣ ਕਰਨ ਵਾਲੇ ਆਏ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਪਾਂਧੇ ਨੂੰ, ਮੌਲਵੀ ਨੂੰ, ਉਹਨਾਂ ਸਾਰਿਆਂ ਨੂੰ ਅੱਗੋਂ ਸਿੱਖਿਆ ਦਿੱਤੀ, ਐਵੇਂ ਕਬੀਰ ਜੀ ਨੇ ਰਾਮਾਨੰਦ ਜੀ ਨੂੰ ਸਿੱਖਿਆ ਦਿੱਤੀ। ਸੋ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਮਨ 'ਚ ਕੈਸੀ ਵੇਖੋ ਵੀ ਇਹ ਗੱਲ ਘਰ ਘਰ ਬੈਠੀ ਹੈ ਵੀ ਇਹ 15 ਦਿਨ ਜਿਹੜੇ ਹੁੰਦੇ ਆ, ਕਹਿੰਦੇ ਵੀ ਇਹਨਾਂ ਜਿਹੜੀ ਅਸੂ ਵਧੀ ਹੁੰਦੀ ਹੈ 15 ਦਿਨ ਮੱਸਿਆ ਦਾ, ਜਿਹੜਾ ਅੱਜ ਦੇ ਦਿਨ ਤੀਕਰ, ਅੱਜ ਦੇ ਦਿਨ ਬਹੁਤ ਲੋਕਾਂ ਘਰੇ ਸੱਦ ਕੇ ਭੋਜਨ ਖਵਾਉਂਦੇ, ਜਾਂ ਗੁਰੂ ਘਰ ਬਹੁਤ ਕੁਝ ਆਉਂਦਾ ਤੇ ਉੱਦਾਂ ਵੀ ਹੈ, ਪਰ ਇਸ ਨੂੰ ਵੀ ਇਹ ਆਉਂਦਾ ਵੀ ਸ਼ਰਾਧ ਅੱਜ ਤੇ ਸਾਡੇ ਬਜ਼ੁਰਗਾਂ ਨੂੰ ਪਹੁੰਚੂਗਾ। ਕੈਸੀ ਸਾਧ ਸੰਗਤ ਸਾਡੀ ਮੱਤ ਹੈ, ਉੱਥੇ ਸਰੀਰ ਨਹੀਂ ਗਿਆ, ਉੱਥੇ ਅੰਦਰ ਆਤਮਾ ਗਈ ਹੈ ਪਰਲੋਕ 'ਚ। ਇਹ ਖਾਣਾ ਦਾਣਾ ਇਹ ਸਥੂਲ ਸਰੀਰ ਦੀ ਖੁਰਾਕ ਹੈ। ਸੂਖਮ ਸਰੀਰ ਦੀ ਜੇ ਖੁਰਾਕ ਹੁੰਦੀ ਤਾਂ ਫਿਰ ਠੀਕ ਸੀ, ਉੱਥੇ ਤਾਂ ਨਾਮ ਜਾ ਸਕਦਾ। ਜੇ ਸਿਮਰਤ ਕਿਲ ਬਿਖ ਸਭ ਨਾਸ ਹੈ। ਮਹਾਰਾਜ ਫਿਰ ਪਿੱਤਰਾਂ ਦੇ ਭਲੇ ਲਈ ਕੁਝ ਹੋ ਨਹੀਂ ਸਕਦਾ, ਕਹਿੰਦੇ ਹੋ ਤਾਂ ਸਕਦਾ, ਉਹ ਤਾਂ ਤੁਸੀਂ ਕਰਦੇ ਹੀ ਨਹੀਂ, ਉਹ ਹੈ ਸਿਮਰਨ। ਜੇ ਸਿਮਰਤ ਕਿਲ ਬਿਖ ਸਭ ਨਾਸ ਹੈ, ਪਿੱਤਰੀ ਹੋਏ ਉਧਾਰੋ। ਜੇ ਪਿੱਤਰਾਂ ਦਾ ਵੀ ਭਲਾ ਚਾਹੁੰਦੇ ਹੋ ਤਾਂ ਸਿਮਰਨ ਕਰਿਆ ਕਰੋ, ਉਹ ਚਲਿਆ ਜਾਂਦਾ ਉੱਥੇ, ਕਿਉਂਕਿ ਨਾਮ ਵੀ ਅਤੀ ਸੂਖਮ ਹੈ, ਤੇ ਉੱਥੇ ਜੋ ਸੂਖਮ ਸਰੀਰ ਹੈ ਉਹਦੀ ਕਲਿਆਣ ਨਾਮ ਨਹੀਂ ਕਰਨੀ ਹੈ। ਤਾਂ ਇਹ ਬਾਕੀ ਜਿਹੜੇ ਸਾਡੇ ਕਰਮ ਹਨ, ਇੱਕ ਤਾਂ ਵਿਖਾਵੇ ਦੇ ਕਰਮ ਨੇ, ਇੱਕ ਤਾਂ ਇਹ ਪਖੰਡ ਦੇ ਕਰਮ ਨੇ, ਦੂਸਰਾ ਵੇਖਾ ਵੇਖੀ ਦੇ ਵੀ ਕਰਮ ਨੇ, ਵੀ ਫਲਾਣੇ ਨੇ ਇੱਦਾਂ ਕੀਤਾ ਅਸੀਂ ਵੀ ਇੱਦਾਂ ਕਰੀਏ। ਤੇ ਸਾਧ ਸੰਗਤ ਫੇਰ ਇਹ ਬਿਲਕੁਲ ਬੇਵਕੂਫੀ ਵਾਲੇ ਕਰਮ ਵੀ ਹਨ। ਵੀ ਦੱਸੋ ਵੀ ਜਿਹੜੇ ਕਈ ਵਰੇ ਪਹਿਲਾਂ ਮਰ ਗਏ ਉਹਨਾਂ ਦੇ ਨਿਮਿਤ ਇਹ ਬ੍ਰਾਹਮਣ ਨੂੰ ਖਵਾਤਾ, ਜਾਂ ਉਹਦੇ ਥਾਂ ਕਹਿ ਲਓ ਭਾਈ ਨੂੰ ਖਵਾਤਾ, ਉਹ ਕਿਵੇਂ ਉਹਨਾਂ ਨੂੰ ਪਹੁੰਚੇਗਾ। ਗਿਆਨੀ ਦਿੱਤ ਸਿੰਘ ਨੇ ਤਾਂ ਫਿਰ ਇਹੀ ਕਹਿ ਦਿੱਤਾ ਸੀ, ਕਹਿੰਦੇ ਵੀ ਜੇ ਖਵਾਉਣਾ ਹੀ ਆ ਨਾ ਤਾਂ ਖਵਾਉਣ ਤੋਂ ਪਹਿਲਾਂ ਪੰਡਤ ਨੂੰ ਇਹ ਪਤਾ ਕਰ ਲਵੋ ਵੀ ਉਹ ਜੋ ਮਰਿਆ ਹੋਇਆ ਵੱਡਾ ਵਡੇਰਾ ਹੈ ਉਹ ਕਿਸ ਜੂਨ ਵਿੱਚ ਹੈ। ਜਿਹੜੀ ਜੂਨ ਦੇ ਵਿੱਚ ਹੈ, ਜੇ ਪਸ਼ੂ ਜੂਨ 'ਚ ਹੈ, ਕਹਿੰਦੇ ਫਿਰ ਉਹਨੂੰ ਗਤਾਵਾ ਕਰਕੇ ਖਵਾਓ ਪੰਡਤ ਨੂੰ, ਵੀ ਖਾ ਪਹੁੰਚੇ ਸਾਡੇ ਬਜ਼ੁਰਗਾਂ ਤੋਂ। ਜੇ ਕੋਈ ਕਾਂ ਕੂ ਦੀ ਜੂਨ ਦੇ ਵਿੱਚ ਗਿਆ ਹੈ, ਕਹਿੰਦੇ ਵੀ ਜਿਵੇਂ ਕਾਂ ਗੰਦਗੀ ਖਾਂਦਾ ਉਹਦੇ ਅੰਦਰ ਗੰਦਗੀ ਰੱਖੋ, ਫਿਰ ਵੀ ਖਵਾ ਫਿਰ ਪਹੁੰਚਾਉਣਾ ਹੀ ਹੈ ਨਾ। ਇਹੀ ਕਹਿੰਦਾ ਨਾ ਵੀ ਮੈਨੂੰ ਖਾਧਾ ਪਿੱਤਰਾਂ ਨੂੰ ਜਾਵੇਗਾ, ਕਹਿੰਦੇ ਵੀ ਉਸੇ ਤਰ੍ਹਾਂ ਦਾ ਹੀ ਭੋਜਨ ਖਵਾਓ, ਫਿਰ ਉਹਨੂੰ ਪੁੱਛ ਕੇ ਜਿਹੋ ਜੀ ਜੂਨ ਵਿੱਚ ਉਹ ਪਿੱਤਰ ਗਏ ਹਨ। ਭਾਵ ਉਹਨਾਂ ਦਾ ਸਿਰਫ ਇਹ ਗੱਲ ਦੇ ਭਰਮ 'ਚੋਂ ਕੱਢਣ ਦਾ ਹੈ ਵੀ ਭਲਿਆ ਇਹ ਕਰਮ ਨਹੀਂ ਕਰਨੇ। ਗੁਰੂ ਨਾਨਕ ਸਾਹਿਬ ਮਹਾਰਾਜ ਗਏ ਲਾਹੌਰ, ਦੁਨੀ ਚੰਦ 7 ਝੰਡੇ ਝੁਲਦੇ ਸਨ ਇਹਦੀ ਹਵੇਲੀ 'ਤੇ, ਜਿਹਦਾ ਭਾਵ ਸੀ ਵੀ ਇਹਦੇ ਕੋਲ 7 ਲੱਖ ਰੁਪਈਆ ਹੈ ਉਸ ਵੇਲੇ ਦਾ, ਵੀ ਬੜਾ ਤਗੜਾ ਸ਼ਾਹੂਕਾਰ ਏ। ਪਹਿਲਾਂ ਤਾਂ ਇਹ ਮਹਾਰਾਜ ਨੇ ਕਿਹਾ ਵੀ ਇਹ ਹਉਮੈ ਕਾਹਦੇ ਲਈ, ਜੇ ਹੈਗੇ ਆ ਤਾਂ ਠੀਕ ਹੈ। ਫਿਰ ਉਹਨੇ ਸ਼ਰਾਧ ਕਰ ਰਿਹਾ ਸੀ ਆਪਣੇ ਬਾਪ ਦਾ, ਸ਼ਰਾਧ ਕਰਦਾ, ਬਹੁਤ ਪਦਾਰਥ ਬਣਾਏ, ਵੰਡ ਰਿਹਾ, ਪੰਡਤ ਬਹੁਤ ਬੈਠੇ, ਬ੍ਰਾਹਮਣ ਕਤਾਰਾਂ ਲੱਗੀਆਂ। ਸਤਿਗੁਰੂ ਸਾਹਿਬ ਕਹਿੰਦੇ ਵੀ ਇਹ ਕੀ ਕਰ ਰਿਹਾ, ਕਹਿੰਦੇ ਵੀ ਅੱਜ ਮੇਰੇ ਬਾਪ ਦਾ ਸ਼ਰਾਧ ਹੈ। ਕਹਿੰਦੇ ਅੱਛਾ, ਇਹਦੇ ਨਾਲ ਕੀ ਹੁੰਦਾ, ਕਹਿੰਦੇ ਵੀ ਇਹ ਖਾਧਾ ਹੋਇਆ ਉਹਨਾਂ ਨੂੰ ਪਹੁੰਚ ਜਾਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਜਿਨ੍ਹਾਂ ਵਾਸਤੇ ਤੂੰ ਸ਼ਰਾਧ ਕਰ ਰਿਹਾ ਉਹ ਤੇਰਾ ਬਾਪ ਤਾਂ ਬਘਿਆੜ ਦੀ ਜੂਨ ਦੇ ਵਿੱਚ ਹੈ। ਫਿਰ ਨਾਲ ਕਹਿੰਦੇ ਵੀ ਉਹ ਲਾਹੌਰ ਤੋਂ ਬਾਹਰ ਜੰਗਲ ਹੈ, ਉਹਦੇ ਵਿੱਚ ਉਹ ਕਈ ਦਿਨਾਂ ਦਾ ਭੁੱਖਾ ਹੈ, ਜੇ ਅਸਲ 'ਚ ਖਵਾਉਣਾ ਤਾਂ ਜਾ ਫਲਾਣੇ ਥਾਂ ਚਲਿਆ ਜਾ, ਉੱਥੇ ਬਘਿਆੜ ਹੈ, ਉਹੀ ਤੇਰਾ ਬਾਪ ਹੈ, ਉਹਨੂੰ ਜਾ ਕੇ ਖਵਾ ਕੇ ਆ। ਕਹਿੰਦੇ ਮਹਾਰਾਜ ਉਹ ਮੈਨੂੰ ਪਛਾਣੂ ਕਿਵੇਂ, ਮੈਨੂੰ ਪੈ ਨਾ ਜਾਵੇ। ਕਹਿੰਦੇ ਨਹੀਂ, ਤੂੰ ਸਾਡੇ ਦਰਸ਼ਨ ਕੀਤੇ ਆ, ਭਲਾ ਹੀ ਹੋਵੇਗਾ। ਉੱਥੇ ਗਿਆ, ਫਿਰ ਬਾਪ
ਉਹਦੀ ਮੁਕਤੀ ਹੋ ਗਈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੁਨੀਆ ਨੇ ਕੀਤੇ ਸਨ, ਉਹਦੇ ਗਾੜੀ ਉਹ ਬਘਿਆੜ ਨੇ ਕਰ ਲਏ। ਮਹਾਰਾਜ ਦੀ ਖੇਡ ਵਰਤੀ, ਉਹਨੇ ਸਾਰੀ ਗੱਲ ਦੱਸੀ ਵੀ ਐਵੇਂ ਮੈਂ ਤੇਰਾ ਬਾਪ ਹੀ ਹਾਂ, ਅਤੇ ਮੇਰੇ ਮਨ ਦੇ ਵਿੱਚ ਸੰਕਲਪ ਕੁਝ ਇਹੋ ਜਿਹਾ ਉੱਠਿਆ ਵੀ ਮੈਂ ਇਹ ਮਾਸ ਖਾਣੀ ਜੂਨ 'ਚ ਆ ਗਿਆ। ਮਰਨੇ ਵੇਲੇ ਕਿਤੇ ਕਿਸੇ ਦੇ ਘਰ ਦੇ ਵਿੱਚ ਕੋਈ ਮੱਛੀ ਆਦਿ ਮਾਸ ਰਿੱਝ ਰਿਹਾ ਸੀ, ਉਹਦੀ ਸੁਗੰਧੀ ਜੀ ਬਾਸ਼ਨਾ ਜੀ ਆਈ ਤੋਂ ਮਨ ਵਿੱਚ ਲਾਲਚ ਆਇਆ ਵੀ ਮੈਂ ਵੀ ਖਾਵਾਂ। ਉਹਨੇ ਨੂੰ ਮੌਤ ਹੋ ਗਈ, ਫਿਰ ਇਹੀ ਬਸ ਬਘਿਆੜ ਬਣਾਤਾ ਵੀ ਖਾਈ ਜਾ, ਲੋਕਾਂ ਨੂੰ ਜੀਵਾਂ ਨੂੰ ਪਾੜ ਪਾੜ ਕੇ। ਉਹ ਜੂਨ 'ਚ ਆ ਗਿਆ ਹੁਣ ਮੈਂ, ਪਰ ਹੁਣ ਕਈ ਦਿਨਾਂ ਦਾ ਭੁੱਖਾ ਸੀ। ਇਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਉਹਨੂੰ ਸਿੱਧਿਆਂ ਕੀਤਾ, ਉਹਦਾ ਭਰਮ ਭੁਲੇਖਾ ਦੂਰ ਕੀਤਾ ਵੀ ਇਹ ਇੱਕ ਭਰਮ ਭੁਲੇਖੇ ਹੈ। ਸਦਾ ਹੀ ਸਾਧ ਸੰਗਤ ਸਰਾਧ ਰੱਖੋ, ਹਾਂ ਜੇ ਰੱਖਣਾ ਸਰਾਧ ਇਹ ਨਾ ਰੱਖੋ ਵੀ ਪਿੱਤਰਾਂ ਨੂੰ ਜਾਵੇ। ਸਰਾਧ ਜੇ ਮਨਾਉਣਾ ਹੈ ਤਾਂ ਸਾਰਾ ਸਾਲ ਇਹੀ ਮਨਾਓ। ਕੋਈ ਗਰੀਬ ਭੁੱਖਾ ਦਿਖਦਾ ਏ ਵੀ ਇਹ ਭੁੱਖਾ ਹੈ ਵੀ ਇਹਨੂੰ ਰੋਜੀ ਦੇ ਦਈਏ, ਕੋਈ ਨੰਗਾ ਦਿਖਦਾ ਹੈ ਵੀ ਇਹਦੇ ਕੋਲ ਕੱਪੜੇ ਲੈਣ ਦੀ ਪੈਸੇ ਨਹੀਂ, ਇਹਨੂੰ ਕੱਪੜੇ ਲੈ ਦਿਓ, ਕਿਸੇ ਦੇ ਪੈਰੀ ਜੋੜਾ ਪਵਾ ਦਿਓ। ਜੇ ਬਹੁਤ ਹੀ ਜ਼ਿਆਦਾ ਤੁਸੀਂ ਉਦਮੀ ਹੋ, ਮਾਇਆ ਹੈ, ਜੇ ਵੇਖ ਲਓ ਕਿਸੇ ਗਰੀਬ ਦੇ ਸਿਰ 'ਤੇ ਛੱਤ ਨਹੀਂ, ਉਹਦੇ ਸਿਰ 'ਤੇ ਛਾਤੀ ਪਾ ਦਿਓ। ਜੇ ਕਿਸੇ ਗਰੀਬ ਦੇ ਨਿਆਣੇ ਪੜ੍ਹ ਨਹੀਂ ਰਹੇ, ਵੇਖ ਰਹੇ ਹੋ ਨਿੱਕੇ ਨਿੱਕੇ ਆ, ਕੋਈ 10 ਦਾ, ਕੋਈ 12 ਦਾ, ਕੋਈ 13 ਦਾ, ਨਿੱਕੇ ਨਿੱਕੇ ਆ, ਸੜਕਾਂ 'ਤੇ ਰੁਲ ਰਹੇ ਆ। ਸਕੂਲ ਜਾਣ ਦਾ ਸਮਾਂ ਹੈ ਪਰ ਕੰਮ ਕਰਨ 'ਚ ਲੱਗੇ ਆ, ਕਿਸੇ ਹੋਟਲ 'ਤੇ ਗਲਾਸੀਆਂ ਧੋ ਰਹੇ ਆ, ਕਿਤੇ ਕੁਝ ਕਰ ਰਹੇ ਆ। ਕਹਿੰਦੇ ਜੇ ਸਰਾਧ ਮਨਾਉਣਾ ਹੀ ਹੈ, ਉਹਨਾਂ ਦੀ ਪੜ੍ਹਾਈ ਦਾ ਹੀ ਖਰਚਾ ਚੁੱਕ ਲਓ ਵੀ ਆਹ ਬੱਚੇ ਨੂੰ ਮੈਂ ਪੜ੍ਹਾਵਾਂਗਾ। ਇਹੋ ਜਿਹੇ ਕਰਮ ਕਰੋ ਜੇ ਕਰਨੇ ਆ। ਸਾਰਾ ਸਾਲ ਭਲੇ ਦੀ ਸੋਚੋ, ਨਾਮ ਜਪੋ, ਗੁਰੂ ਸਾਹਿਬ ਦੀ ਪ੍ਰਸੰਨਤਾ ਵੀ ਮਿਲੇਗੀ, ਸਮਾਜ ਦਾ ਸੁਧਾਰ ਵੀ ਹੋਵੇਗਾ। ਪਰ ਅਸੀਂ ਤਾਂ ਉਹ ਕੰਮ ਕਰਨੇ ਆ, ਲਕੀਰ ਦੇ ਫਕੀਰ ਆ ਜਿਹੜੇ ਸਾਨੂੰ ਬਸ ਕਹਿੰਦੇ ਵੀ ਇਹ ਕਿਉਂ ਕਰਦੇ। ਕਹਿੰਦੇ ਸਾਡੇ ਵੱਡੇ ਕਰਦੇ ਸੀ, ਸਾਨੂੰ ਫਲਾਣੇ ਨੇ ਕਿਹਾ ਸੀ ਤੇ ਇੱਦਾਂ ਹੀ ਕਰਨਾ। ਨਹੀਂ, ਗੁਰੂ ਤੋਂ ਵੱਡਾ ਕੌਣ ਹੈ? ਇਹ ਵੇਖੋ ਵੀ ਗੁਰੂ ਸਾਹਿਬ ਕੀ ਕਹਿ ਰਹੇ ਨੇ। ਇਹ ਨਾ ਵੇਖੋ ਸਾਡੇ ਜਠੇਰੇ ਕੀ ਕਹਿੰਦੇ ਸੀ, ਬਾਪ ਦਾਦਾ ਪੜਦਾਦਾ ਉਹ ਕੀ ਕਹਿੰਦੇ। ਇਹ ਵੇਖੋ ਵੀ ਸਾਡੇ ਗੁਰੂ ਸਾਹਿਬ ਕੀ ਕਹਿੰਦੇ ਹਨ, ਅਸੀਂ ਤਾਂ ਉਹ ਮੰਨਣੀ ਆ। ਉਹ ਵੀ ਤਾਂ ਇਨਸਾਨ ਹੀ ਆ, ਸਾਡੇ ਵਰਗੇ ਵੱਡੇ ਬਜ਼ੁਰਗ ਉਹ ਵੀ ਤਾਂ ਗਲਤ ਹੋ ਸਕਦੇ ਆ, ਪਰ ਸਤਿਗੁਰੂ ਮਹਾਰਾਜ ਨਹੀਂ ਕਦੀ ਗਲਤ ਹੋ ਸਕਦੇ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਭ ਭੁੱਲ ਜਾਂਦੇ ਨੇ ਪਰ ਗੁਰੂ ਤੇ ਕਰਤਾਰ ਦਾ ਰੂਪ ਮਹਾਰਾਜ ਸਾਹਿਬ ਕਦੀ ਨਹੀਂ ਭੁੱਲਦੇ। ਮਹਾਰਾਜ ਸਾਨੂੰ ਚੰਗੇ ਰਾਹੇ ਹੀ ਲਾਉਣਗੇ, ਚੰਗੇ ਪਾਸੇ ਹੀ ਪਾਉਣਗੇ ਜਦੋਂ ਵੀ ਸਿੱਖਿਆ ਦੇਣਗੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸਿੱਖਿਆ ਦਿੰਦੇ ਨੇ। ਇਹ ਜੋ ਹਉਮੈ ਦੀ ਮੈਲ ਸਾਡੇ ਅੰਦਰ ਲੱਗੀ ਆ ਭਾਈ, ਫਿਰ ਉਹ ਤੋਂ ਪੜ੍ਹਦੇ ਬਹੁ ਵਿਧ ਕਰਮ ਕਮਾਵਦੇ। ਕਹਿੰਦੇ ਬਹੁ ਵਿਧੀਆਂ ਦੇ ਜਿਹੜੇ ਨਿਤ ਨਮਿਤ ਪ੍ਰਾਸ਼ਚਿਤ ਕਰਮ ਅਸੀਂ ਕਰਦੇ ਹਾਂ। ਕਹੇ ਕਹਾਏ ਪੰਡਤਾਂ ਦੇ, ਸਿਆਣਿਆਂ ਦੇ, ਬਜ਼ੁਰਗਾਂ ਦੇ ਕਹੇ ਤੇ ਦੂਣੀ ਮਲ ਲਾਗੀ ਆਏ। ਉਹਦੇ ਨਾਲ ਸਾਡੀ ਕਲਿਆਣ, ਸਾਡਾ ਭਲਾ ਨਹੀਂ ਹੋ ਸਕਦਾ, ਸਗੋਂ ਹੋਰ ਦੂਣੀ ਮੈਲ ਆ ਕਰਕੇ ਲੱਗ ਜਾਂਦੀ ਹੈ। ਹਉਮੈ ਦੀ ਬੰਦਾ ਹੰਕਾਰ 'ਚ ਫੁੱਲਿਆ ਰਹਿੰਦਾ ਹੈ। ਪੜਿਐ ਮੈਲ ਨਾ ਉਤਰੈ। ਫਿਰ ਮਹਾਰਾਜ ਪੜ੍ਹਾਈ ਕਰ ਲਈਏ, ਪੜ੍ਹਨੇ ਕਰਕੇ ਤਾਂ ਮੈਲ ਉਤਰ ਜਾਵੇਗੀ। ਤਾਂ ਸਤਿਗੁਰੂ ਸਾਹਿਬ ਕਹਿੰਦੇ ਕੇਵਲ ਪੜ੍ਹਿਆ ਮੈਲ ਨਾ ਉਤਰੈ। ਕੋਈ ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਕਰੀ ਜਾਵੇ, ਕੋਈ ਜਿੰਨਾ ਮਰਜ਼ੀ ਡਿਗਰੀਆਂ ਲੈ ਲਵੇ, ਕੇਵਲ ਪੜ੍ਹਨੇ ਮਾਤਰ ਦੇ ਨਾਲ ਹਉਮੈ ਦੀ ਮੈਲ ਨਹੀਂ ਉਤਰਦੀ। ਜੇ ਅਸੀਂ ਕਮਾਈ ਨਹੀਂ ਕਰਦੇ, ਜੋ ਮਿਥਿਹਾਸਕ ਗ੍ਰੰਥ ਨੇ ਉਹਨਾਂ ਲਿਖਿਆ ਹੈ ਵੀ 14 ਤਰ੍ਹਾਂ ਦੀ ਵਿੱਦਿਆ ਸੀ ਜੋ 75,000 ਵਰ੍ਹਾ ਲਾ ਕੇ ਨਾਰਦ ਮੁਨੀ ਨੇ ਪੜ੍ਹੀ। ਇਹ ਉਹਨਾਂ ਦਾ ਮੰਨਣਾ ਹੈ, ਪਰ ਆਪਾਂ ਇਹ 'ਚੋਂ ਸਿੱਖਿਆ ਕੀ ਲੈਣੀ ਵੀ ਉਹਨੇ 14 ਵਿੱਦਿਆ ਸਾਨੂੰ ਸਾਰੀਆਂ ਹੀ ਪੜ੍ਹ ਮਾਰੀਆਂ। 75,000 ਵਰ੍ਹੇ ਪੜ੍ਹਦਾ ਰਿਹਾ ਪਰ ਉਹਦੇ ਅੰਦਰੋਂ ਹਉਮੈ ਨਹੀਂ ਗਈ। ਨਾਰਦ ਵਿੱਚੋਂ ਕਲੇ ਕਲੇਸ਼ ਪਾਉਂਦਾ ਰਿਹਾ, ਲੋਕਾਂ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਤਾਈਓ ਹੁਣ ਵੀ ਜੇ ਕੋਈ ਕਿਸੇ ਦੇ ਘਰ 'ਚ ਕਲੇਸ਼ ਪਾਵੇ, ਕਹਿ ਦਿੰਦੇ ਨਾ ਵੀ ਫਲਾਨਾ ਦੇ ਨਾਰਦ ਮੁਨੀ ਹੈ। ਵੀ 75,000 ਵਰ੍ਹੇ ਪੜ੍ਹ ਕੇ 14 ਤਰ੍ਹਾਂ ਦੀ ਵਿੱਦਿਆ ਸਿੱਖ ਕੇ ਵੀ ਜਿਹਦੇ ਅੰਦਰ ਹਉਮੈ ਨਹੀਂ ਗਈ। ਆ 4 ਕਿਤਾਬਾਂ ਪੜ੍ਹ ਕੇ ਦੱਸੋ ਹਉਮੈ ਕਿਵੇਂ ਚਲੀ ਜਾਊਗੀ। ਅੱਜ ਕੱਲ੍ਹ ਦੇ ਜੇ ਕੋਰਸ ਹਨ, 4 ਕਿਤਾਬਾਂ ਪੜ੍ਹ ਕੇ ਕਹਿ ਦਿੰਦੇ ਅਸੀਂ ਪੜ੍ਹ ਗਏ ਹਾਂ। ਜਿਹੜੇ ਹਿੰਦੂ ਪੰਡਤ ਨੇ ਸਾਧ ਸੰਗਤ ਜੀ, ਉਹ 14 ਵਰ੍ਹੇ ਵਿਆਕਰਨ ਹੀ ਪੜ੍ਹਦੇ ਰਹਿੰਦੇ ਨੇ। ਇੱਥੇ 4 ਵਰਕਿਆਂ ਦੀ ਵਿਆਕਰਨ ਪੜ੍ਹ ਕੇ ਉਹ ਕਹਿ ਦਿੰਦੇ ਵੀ ਸਾਡੇ ਵਰਗਾ ਪੜ੍ਹਾਕੂ ਕੋਈ ਨਹੀਂ ਹੈ। ਇਹ ਵਿਦਵਾਨ ਹੋਣਾ, ਵਿਦਵਤਾ ਹੋਣੀ ਵੱਖਰੀ ਗੱਲ ਹੈ, ਪਰ ਵਿੱਦਿਆ ਵਿਚਾਰੀ ਤਾਂ
ਪਰਉਪਕਾਰੀ। ਤੇਰੀ ਪੜ੍ਹਾਈ ਕੀਤੀ ਦਾ ਪਤਾ ਤੇ ਤਾਂ ਲੱਗੇ ਨਾ ਜੇ ਤੂੰ ਪਰਉਪਕਾਰ ਕਰਦਾ। ਜੇ ਪੜ੍ਹ ਕੇ ਚਲਾਕੀਆਂ ਹੀ ਸਿੱਖੀਆਂ ਵੀ ਕਿਵੇਂ ਲੋਕਾਂ ਨੂੰ ਠੱਗਣਾ, ਕਿਵੇਂ ਲੋਕਾਂ ਦੀਆਂ ਜੇਬਾਂ 'ਚੋਂ ਕਢਾ ਕੇ ਤੇ ਆਪਣੇ ਘਰੇ ਲਿਆਉਣੇ ਹੈ, ਜੇ ਪੜ੍ਹ ਲਿਖ ਕੇ ਆਹੀ ਚਲਾਕੀਆਂ ਹੈ ਤਾਂ ਫਿਰ ਤੇਰੇ ਨਾਲੋਂ ਫਿਰ ਅਨਪੜ੍ਹ ਹੀ ਬੰਦਾ ਚੰਗਾ ਹੈ ਨਾ, ਜਿਹੜਾ ਕੋਈ ਲੋਕਾਂ ਨੂੰ ਠੱਗਣ ਦੀ ਚਲਾਕੀ ਤੇ ਨਹੀਂ ਨਾ ਬਹੁਤੀ ਜਾਣਦਾ। ਇਸ ਕਰਕੇ ਬਹੁਤਾ ਪੜ੍ਹਨੇ ਦੇ ਨਾਲ ਜੇ ਕੋਈ ਆਖੇ ਵੀ ਹਉਮੈ ਦੀ ਮੈਲ ਉਤਰ ਜਾਂਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਸ਼ਾਸਤਰਾਂ ਦੇ ਪੜ੍ਹਨੇ ਨਾਲ, ਪੜ੍ਹਾਈਆਂ ਦੇ ਪੜ੍ਹਨੇ ਦੇ ਨਾਲ ਵੀ ਹਉਮੈ ਨਹੀਂ ਜਾਂਦੀ, ਸਗੋਂ ਵੱਧਦੀ ਹੈ। ਲਿਖਿਆ ਹੁੰਦਾ ਨਾ ਨਾਮ ਦੇ ਅੱਗੇ ਡਿਗਰੀ ਲਿਖੀ ਹੁੰਦੀ ਹੈ। ਕਈ ਅਰਦਾਸਾਂ ਕਰਾਉਣ ਆਉਂਦੇ ਨੇ, ਉਹ ਦੱਸਦੇ ਆ ਮੈਂ ਕਰਨਲ ਹੈ, ਕੋਈ ਕਹਿੰਦਾ ਵੀ ਮੈਂ ਮੇਜਰ ਹੈ, ਕੋਈ ਕਹਿੰਦਾ ਮੈਂ ਡਾਕਟਰ ਹੈ, ਮੈਂ ਜੱਜ ਹੈ। ਉਹ ਆਪਣਾ ਨਾਮ ਆਪਣੀ ਡਿਗਰੀ ਨਾਲ ਦੱਸਦੇ। ਕਈਆਂ ਨੇ ਤਾਂ ਨਾਮ ਦੇ ਨਾਲ ਹੀ ਲਿਖਾਇਆ ਹੁੰਦਾ ਫਲਾਨਾ ਸਿੰਘ MA, ਫਲਾਨਾ ਸਿੰਘ BA। ਕਥਾਵਾਚਕ ਵੀ ਬਣ ਜਾਂਦੇ ਆ, ਰਾਗੀ, ਢਾਡੀ, ਕਵੀਸ਼ਰ, ਪਰ ਨਾਮ ਦੇ ਨਾਲ ਡਿਗਰੀ ਲਿਖਾਈ ਆ। ਉਹ ਮਹਾਰਾਜ ਦੇ ਸੇਵਾਦਾਰ ਹੈ, ਇਹ ਤੋਂ ਵੱਡੀ ਡਿਗਰੀ ਕੀ ਹੈ? ਕਿਉਂ? ਹਉਮੈ ਦੀ ਮੈਲ ਵਧੀ ਹੈ, ਅੰਦਰ ਦੂਣੀ ਲੱਗੀ ਹੈ, ਅੰਦਰ ਮੈਂ ਸਿਆਣਾ, ਮੈਂ ਬਹੁਤ ਮਿਹਨਤ ਕੀਤੀ, ਆਹ ਸ਼ੈ ਮੇਰੀ, ਮੇਰਾ ਅਧਿਕਾਰ, ਬਸ ਇਹੀ ਕੁਝ ਵੱਧਦਾ ਹੈ। ਪੁੱਛੋ ਹੋ ਗਿਆਨੀਆ ਜਾਏ। ਬਾਦਸ਼ਾਹ ਕਹਿੰਦੇ ਜਾਓ, ਜੇ ਪੁੱਛਣਾ ਹੀ ਹੈ ਨਾ, ਵੇਖਣਾ ਹੈ ਵੀ ਵਾਕਿਆ ਹੈ ਵੀ ਪੜ੍ਹਨ ਦੇ ਨਾਲ ਕਿਸੇ ਦੀ ਮੈਲ ਲੱਥੀ ਹੈ ਨਾ, ਗਿਆਨਵਾਨ ਜਿਹੜੇ ਬ੍ਰਹਮ ਗਿਆਨੀ, ਰੱਬ ਦੇ ਪਿਆਰੇ, ਨਾਮ ਜਪਣ ਵਾਲੇ, ਉਹਨਾਂ ਨੂੰ ਜਾ ਕੇ ਪੁੱਛ ਲਓ, ਵਿਚਾਰ ਕਰ ਲਓ, ਗਿਆਨਵਾਨਾਂ ਦੇ ਗ੍ਰੰਥ ਪੜ੍ਹ ਲਓ, ਉਹਦੇ ਵਿੱਚੋਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਵੀ ਇਹ ਪੜ੍ਹਨੇ ਮਾਤਰ ਦੇ ਨਾਲ, ਕਮਾਉਣ ਤੋਂ ਬਗੈਰ, ਪੜ੍ਹਾਈਆਂ ਕਰਕੇ ਮੈਲ ਹਉਮੈ ਦੀ ਨਹੀਂ ਲੱਥਦੀ ਜੀਵਾਂ ਦੀ। ਮਨ ਮੇਰੇ ਗੁਰ ਸਰਣ ਆਵੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹੇ ਮੇਰਿਆ ਮਨਾ, ਇਸ ਕਰਕੇ ਜਿਹੜਾ ਸਿੱਖ ਬਣਦਾ ਹੈ, ਜਿਹੜਾ ਜੀਵ ਹੋਰ ਆਸਰੇ ਛੱਡ ਕੇ ਇਹ ਮਨ ਚੋਂ ਖਿਆਲ ਕੱਢ ਦੇ ਵੀ ਮੈਂ ਪੜ੍ਹ ਕਰਕੇ, ਮੈਂ ਕਰਮ ਕਰਕੇ ਜਾਂ ਤੀਰਥਾਂ ਦੇ ਨਹਾ ਕੇ ਸ਼ੁੱਧ ਹੋਣਾ, ਇਹ ਗੱਲ ਨੂੰ ਲਾਂਭੇ ਰੱਖਦੇ। ਪੜ੍ਹਾਈ ਮੇਰੀ ਰੋਜੀ ਦੇ ਵਾਸਤੇ ਹੈ, ਬਸ ਉੱਥੋਂ ਤੀਕ ਉਹਨੂੰ ਰੱਖ। ਇਹ ਸਿਆਣਪ ਨਹੀਂ ਹੈ, ਇਹ ਬ੍ਰਹਮ ਗਿਆਨ ਨਹੀਂ ਹੈ। ਇਹ ਸਭ ਕੁਝ ਕਹਿੰਦੇ ਵੀ ਮਨ ਵਿੱਚ ਧਾਰਨ ਕਰਕੇ ਗੁਰਾਂ ਦੀ ਸ਼ਰਨ ਵਿੱਚ ਆ ਕੇ ਡਿੱਗ ਪਾ। ਗੁਰੂ ਮਹਾਰਾਜ ਦੇ ਕੋਲ ਆ ਕੇ ਬੇਨਤੀ ਕਰ, ਹਮ ਕੀੜੇ ਕਿਰਮ, ਮਹਾਰਾਜ ਅਸੀਂ ਕੁਝ ਵੀ ਨਹੀਂ ਹੈ, ਕੀੜੇ ਹੈ, ਨਿੱਕੇ ਨਿੱਕੇ ਕਿਰਮਾਂ ਦੀ ਨੇ ਆਈ ਹੈ, ਸਤ ਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ਼। ਮਹਾਰਾਜ ਦਇਆ ਕਰੋ, ਤਰਸ ਕਰੋ, ਨਾਮ ਦਾ ਪ੍ਰਕਾਸ਼ ਹੋਵੇ, ਹਉਮੈ ਦੀ ਮੈਲ ਲੱਥੇ। ਐ ਨਿਵ ਕੇ ਕਹਿੰਦੇ ਵੀ ਸਤਿਗੁਰਾਂ ਦੀ ਸ਼ਰਨ ਵਿੱਚ ਮਨਾ ਆ ਜਾ, ਤਾ ਨਿਰਮਲ ਹੋਏ। ਕਿਉਂਕਿ ਜੇ ਗੁਰਾਂ ਦੀ ਸ਼ਰਨ ਵਿੱਚ ਆਵੇਂਗਾ ਤਾਂ ਨਿਰਮਲ ਹੋਵੇਗਾ। ਨਿਰਨਾਮ ਰਹਿਤ ਦਾ ਮਲ, ਜੋ ਮੈਲ ਲੱਗੀ ਹੈ ਹਉਮੈ ਦੀ, ਹੰਕਾਰ ਦੀ, ਇਸ ਤੋਂ ਰਹਿਤ ਹੋ ਜਾਏਗਾ। ਤੂੰ ਮਨਾ ਸ਼ੁੱਧ ਹੋਏਗਾ, ਤੇਰੇ ਅੰਦਰ ਦੀ ਗੰਦਗੀ ਚੱਕੀ ਜਾਊਗੀ। ਜਦੋਂ ਤੇਰੇ ਅੰਦਰੋਂ ਗੰਦਗੀ ਨਿਕਲ ਗਈ ਨਾ, ਫਿਰ ਜਦੋਂ ਕਿਸੇ ਨੂੰ ਵੇਖੇਗਾ ਉਹ ਇਹ ਨਹੀਂ ਲੱਗੂਗਾ ਵੀ ਆਹ ਮੇਰਾ ਵੈਰੀ, ਇਹ ਫਲਾਨਾ, ਇਹ ਫਲਾਨਾ, ਇਹ ਸ਼ਰੀਕ, ਫਿਰ ਇਹੀ ਲੱਗੂਗਾ ਇਹ ਸਾਰੇ ਰੱਬ ਦੇ ਬੰਦੇ ਹੈ। ਜਦੋਂ ਅੰਦਰੋਂ ਗੰਦਗੀ ਨਿਕਲ ਗਈ, ਉਹਦੀ ਨਿਸ਼ਾਨੀ ਹੈ ਕੰਨਾਂ 'ਚ ਤੇਰੇ ਕਿਸੇ ਦੀ ਨਿੰਦਿਆ ਸੁਣਨ ਦੀ, ਕਿਸੇ ਦੀਆਂ ਕਮੀਆਂ ਸੁਣਨ ਦੀ। ਇਹ ਫਿਰ ਇੱਛਾ ਨਹੀਂ ਰਹਿ ਜੂ। ਜੇ ਕੋਈ ਆਖੇ ਨਾ ਫਲਾਨੇ 'ਚ ਆ ਉਗਣ, ਨਾ ਨਾ ਭਾਈ ਤੂੰ ਠੀਕ ਹੈ, ਆਪਣੇ ਤਿੱਕ ਰੱਖ, ਮੈਨੂੰ ਨਾ ਦੱਸ। ਫਿਰ ਜ਼ਬਾਨ ਇਹ ਨਾ ਆਖੂ ਮੈਂ ਜਾਣਦਾ ਇਹਨੂੰ ਚੰਗੀ ਤਰ੍ਹਾਂ, ਪਤਾ ਮੈਨੂੰ ਇਹਦਾ ਸਾਰਾ, ਮੈਂ ਪੋਤੜੇ ਫਲੋਰ ਦੂੰ, ਇੱਦਾਂ ਨਹੀਂ। ਫਿਰ ਜ਼ਬਾਨ ਕਹੇਗੀ ਨਾ ਭਾਈ ਇਹ ਬਹੁਤ ਭਲਾ ਪੁਰਖ ਹੈ, ਹਾਂ ਮੇਰੇ 'ਚ ਹੀ ਕਮੀ ਹੋ ਸਕਦੀ ਹੈ। ਇਹ ਫਿਰ ਨਿਰਮਲ ਹੋਏ ਦੀਆਂ ਨਿਸ਼ਾਨੀਆਂ ਵੀ ਬੰਦਾ ਜੇ ਦੋਸ਼ ਕੱਢਦਾ, ਜੇ ਕੋਈ ਕਮੀ ਕੱਢਦਾ ਤਾਂ ਆਪਣੀ ਕੱਢਦਾ, ਦੂਸਰਿਆਂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਭਲਾ ਹੀ ਕਹਿੰਦਾ ਹੈ। ਇਵੇਂ ਭਲਿਆ ਤੇਰਾ ਮਨ ਨਿਰਮਲ ਹੋ ਜਾਊਗਾ, ਤੇਰਾ ਤੇ ਜੀਵਨ ਸਵਰ ਜਾਏਗਾ ਜੇ ਗੁਰਾਂ ਦੀ ਸ਼ਰਨ ਆਏਗਾ ਤਨੋ ਮਨੋ। ਮਹਾਰਾਜ ਸਾਹਿਬ ਦਾ ਹੋ ਕੇ ਰਹਿ ਜਾ, ਗੁਰੂ ਸਾਹਿਬ ਦੀ ਆਗਿਆ 'ਚ ਚੱਲ, ਤੇਰਾ ਸਮਾਜਿਕ ਜੀਵਨ ਸੁਧਰ ਜਾਵੇ, ਤੇਰਾ ਧਾਰਮਿਕ ਜੀਵਨ ਸਫਲ ਹੋ ਜਾਵੇ। ਮਨ ਮੁਖ ਹਰ ਹਰ ਕਰ ਥਕੇ। ਫਿਰ ਜੇ ਕੋਈ ਆਖੇ ਮਹਾਰਾਜ ਹਰ ਹਰ ਕੀਤਿਆਂ ਹੀ ਮੈਲ ਲੱਥ ਜਾਂਦੀ ਹੈ, ਕਹਿੰਦੇ ਵੀ ਹਰ ਹਰ ਕਰਨਾ ਤਾਂ ਠੀਕ ਹੈ, ਪਰ ਜੇ ਮਨਮੁਖ ਬਣ ਕੇ, ਜੇ ਕੋਈ ਮਨ ਨੂੰ ਵੀ ਮੁੱਖ ਰੱਖੇ, ਮਨ ਆਈਆਂ ਵੀ ਕਰੀ ਜਾਵੇ, ਸਭ ਮਾੜੇ ਕਰਮ ਵੀ ਭੋਗੀ ਜਾਵੇ, ਨੱਚੀ ਟੱਪੀ ਜਾਵੇ,
ਚੋਰੀਆਂ ਜਾਰੀਆਂ ਕਰੀ ਜਾਵੇ, ਫਿਰ ਉਤੋਂ ਆਖੇ ਵੀ ਮੈਂ ਹਰ ਹਰ ਕਰ ਲਵਾਂ, ਨਾਮ ਜਪ ਲਾਂ। ਕਹਿੰਦੇ ਉਹਦੇ ਵਾਸਤੇ ਇੱਕ ਉਹ ਵਿਖਾਵਾ ਹੁੰਦਾ ਪਾਪ ਨੂੰ, ਮਾੜੇ ਕੰਮਾਂ ਨੂੰ ਕਵਰ ਕਰਨ ਦਾ, ਵੀ ਲੋਕ ਆਖਣਗੇ ਵੀ ਇਹ ਬੜਾ ਧਰਮੀ ਬੰਦਾ ਹੈ, ਵੀ ਇਹਦੇ ਨਾਮ ਜਪਦਾ, ਵੀ ਮੇਰੇ ਪਾਪ ਇਹਦੇ ਥੱਲੇ ਲੁਕਣ। ਬਸ ਉਹਦਾ ਇੰਨਾ ਕੀ ਉਦਮ ਹੁੰਦਾ। ਜਿਹੜੇ ਮਨਮੁਖ ਪੁਰਖ ਨੇ, ਮਨ ਆਈਆਂ ਕਰਦੇ ਨੇ, ਉਹ ਤੋਦੇ ਵਰਗਾ ਰਟਨ ਕਰ ਕਰਕੇ ਹਰ ਹਰ ਕਰਕੇ ਥੱਕ ਗਏ ਹਨ। ਮੈਲ ਨ ਸਕੀ ਧੋਏ। ਪਰ ਉਹਨਾਂ ਦੀ ਇਸ ਤਰ੍ਹਾਂ ਕੇਵਲ ਹਰ ਹਰ ਕਰਨੇ ਮਾਤਰ ਦੇ ਨਾਲ ਉਤੋਂ ਉਹ ਵੀ ਮੈਲ ਉਹ ਆਪਣੀ ਧੋ ਹੀ ਨਹੀਂ ਸਕੇ। ਉਹਨਾਂ ਦੇ ਅੰਦਰ ਦੀ ਹਉਮੈ ਦੀ ਗੰਦਗੀ, ਅੰਦਰੋਂ ਮਾੜੇ ਕਰਮਾਂ ਦੇ ਵਿਕਾਰਾਂ ਦੇ ਖਿਆਲ ਨਿਕਲ ਹੀ ਨਹੀਂ ਸਕੇ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਜੀ ਰਹਾਉ ਦੀਆਂ ਪੰਕਤੀਆਂ ਅੰਦਰ ਠਹਿਰਾਓ ਟਿਕਾਓ ਦਾ ਵਚਨ ਕੀਤਾ, ਵੀ ਜੋ ਰਹਾਉ ਹੈ ਇਹਦੀ ਵਿਆਖਿਆ ਬਾਕੀ ਸ਼ਬਦ ਵਿੱਚ ਹੈ। ਮਨ ਮੈਲ ਭਗਤ ਨਾ ਹੋਵਈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਤਾਂ ਕੋਈ ਸਮਝੇ ਵੀ ਅਸੀਂ ਭਗਤ ਵੀ ਬਣ ਜਾਾਂਗੇ ਤੇ ਮਨ ਵੀ ਮੈਲਾ ਰਹੇ, ਮਨ ਦੇ ਵਿੱਚ ਹਉਮੈ ਵੀ ਰਹੇ, ਮਨ ਦੇ ਵਿੱਚ ਨਿੰਦਾ ਚੁਗਲੀ ਵੀ ਰਹੇ, ਤੇ ਅਸੀਂ ਪਰਮੇਸ਼ਰ ਦੀ ਭਗਤੀ ਵੀ ਕਰ ਲਈਏ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਮੈਲੇ ਮਨ ਦੇ ਨਾਲ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਇੱਕ ਬੇਨਤੀ ਹੈ ਸਾਧ ਸੰਗਤ, ਮਗਰ ਆ ਕੇ ਬੋਲ ਕੇ ਅਰਦਾਸਾਂ ਨਾ ਕਰਿਆ ਕਰੋ, ਉਸ ਮੁਸ਼ਕਲ ਆਉਂਦੀ ਹੈ ਨਾ, ਫਿਰ ਅਰਦਾਸ ਗੁਪਤ ਕਰੋ, ਬੋਲ ਕੇ ਤੇ ਮਗਰ ਆ ਕੇ ਨਾ ਕਰੋ। ਹਾਂਜੀ। ਮਨ ਮੈਲ ਭਗਤ ਨਾ ਹੋਵਈ। ਮੈਲੇ ਮਨ ਕਰਕੇ ਪਰਮੇਸ਼ਰ ਦੀ ਬੰਦਗੀ ਨਹੀਂ ਹੋ ਸਕਦੀ, ਜਿੰਨਾ ਮਰਜੀ ਕੋਈ ਆਪਣੇ ਆਪ ਨੂੰ ਭਗਤ ਸਦਾ ਲਵੇ। ਨਾਮ ਨ ਪਾਇਆ ਜਾਏ। ਵਾਹਿਗੁਰੂ ਦਾ ਨਾਮ ਹੀ ਨਹੀਂ ਪ੍ਰਾਪਤ ਹੁੰਦਾ ਮੈਲੇ ਮਨ ਦੇ ਵਿੱਚ, ਕਿਉਂਕਿ ਗੁਰਾਂ ਨੇ ਕਹਿ ਦਿੱਤਾ ਨਾ, ਹਉਮੈ ਨਾਵੈ ਨਾਲ ਵਿਰੋਧ ਹੈ, ਵਿਰੋਧਾਭਾਸ ਹੈ ਹਉਮੈ ਦਾ ਤੇ ਨਾਮ ਦਾ। ਜੇ ਅੰਦਰ ਹਉਮੈ ਬੰਦਾ ਰੱਖੇ ਫਿਰ ਨਹੀਂ ਪਰਮੇਸ਼ਰ ਦਾ ਨਾਮ ਵਸਦਾ। ਕਹਿੰਦੇ ਤੂੰ ਕਰ ਲੈ ਹਉਮੈ, ਵੇਖ ਲਾਂਗੇ, ਫਿਰ ਜਦੋਂ ਵੱਜਣਗੇ ਤੇਰੇ ਜਮਾਂ ਦੀ ਮਾਰ ਪਈ, ਜਦੋਂ ਦੁਖੀ ਹੋਇਆ ਫਿਰ ਵੇਖਾਂਗੇ। ਹੁਣ ਕਹਿੰਦਾ ਵੀ ਹਉਮੈ ਠੀਕ ਹੈ, ਨਾਮ ਨਹੀਂ ਜਪਣਾ। ਹੁਣ ਤਾਂ ਹਉਮੈ ਦੇ ਨਾਲ ਹੀ ਭਰਿਆ ਅੰਦਰ, ਪਰ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੋਵੇਂ ਇੱਕੇ ਥਾਂ ਨਹੀਂ ਰਹਿ ਸਕਦੇ, ਵੀ ਬੰਦਾ ਨਾਮੀ ਵੀ ਹੋਵੇ, ਭਗਤ ਵੀ ਹੋਵੇ ਤੇ ਹਉਮੈ ਵੀ ਕਰੇ। ਜੇ ਭਗਤ ਹੋਵੇਗਾ ਤੇ ਹਉਮੈ ਨਹੀਂ ਹੋਵੇਗੀ। ਜੇ ਹਉਮੈ ਮੈਂ ਮੇਰੀ ਕਰੇਗਾ, ਫਿਰ ਮੰਨ ਲਓ ਵੀ ਇਹ ਭਗਤ ਨਹੀਂ ਹੈ, ਨਾਮ ਨਹੀਂ ਜਪਦਾ, ਕਿਉਂਕਿ ਹਉਮੈ ਕਰਕੇ ਨਾਮ ਦੀ ਦਾਤ ਨਹੀਂ ਮਿਲਦੀ। ਮਨ ਮੁਖ ਮੈਲੇ ਮੈਲੇ ਮੂਏ। ਜਿਹੜੇ ਮਨਮੁਖ ਪੁਰਖ ਨੇ ਉਹ ਮੈਲੇ ਹਨ। ਹਉਮੈ ਹੰਗਤਾ ਹੰਕਾਰ ਦੀ ਮੈਲ ਹੈ। ਇਸ ਮੈਲ ਨੂੰ ਲੈ ਕੇ ਪਿਛਲੇ ਸੰਸਕਾਰਾਂ ਨੂੰ ਲੈ ਕੇ ਹੀ ਫਿਰ ਅਗਲੇ ਜਨਮ ਵਿੱਚ ਆਏ। ਸਾਰੀ ਜ਼ਿੰਦਗੀ ਹਉਮੈ ਦੇ ਕਰਮ ਕੀਤੇ, ਅਖੀਰ ਇਸ ਮੈਲ ਵਿੱਚ ਮਲੀਨ ਰਹੇ, ਗੰਦੇ ਜੀਵਨ ਦੇ ਸਹਿਤ ਹੀ ਮੋਏ ਮਰ ਗਏ। ਫਿਰ ਅਗਲਾ ਜਨਮ ਆਇਆ, ਫਿਰ ਮੈਲ ਵਧੀ ਗਈ, ਐਵੇਂ ਜੰਮੇ ਮਰੇ ਕਈ ਜਨਮ ਲਏ। ਸਾਰੀ ਉਮਰ ਹਉਮੈ ਜੰਮਣ ਤੋਂ ਪਹਿਲਾਂ ਪਿਛਲੇ ਸੰਸਕਾਰਾਂ ਦੀ ਹਉਮੈ, ਅਤੇ ਫਿਰ ਹੋਰ ਮਾੜੇ ਕਰਮ ਕਰਕੇ ਮੈਲ ਹੀ ਗੰਦਗੀ ਲੈ ਕੇ ਇਸ ਸੰਸਾਰ ਤੋਂ ਮਰ ਕੇ ਚਲੇ ਜਾਂਦੇ ਹਨ। ਦਾਸਨ ਪਤ ਗਵਾਏ। ਇਹ ਹਉਮੈ ਦੀ ਮੈਲ ਕਰਕੇ ਉਹ ਆਪਣੀ ਇੱਜ਼ਤ ਇੱਥੇ ਵਿਕਾਰਾਂ ਕੋਲੋਂ ਗਵਾ ਕੇ ਜਾਂਦੇ ਨੇ, ਅੱਗੇ ਜਮ ਰੋਲ ਕੇ ਰੱਖ ਦਿੰਦੇ ਹਨ ਉਹਨਾਂ ਦੀ ਇੱਜ਼ਤ। ਗੁਰ ਪ੍ਰਸਾਦੀ ਮਨ ਵਸੈ। ਫਿਰ ਮਹਾਰਾਜ ਸਾਹਿਬ ਤੁਸੀਂ ਹੁਣ ਕਿਰਪਾ ਕਰੋ ਵੀ ਸਾਨੂੰ ਕੀ ਕਰਨਾ ਚਾਹੀਦਾ। ਪਿਛਲੇ ਕਰਮ ਤੇ ਉਹ ਜਿਹੜੇ ਅਸੀਂ ਕਰਦੇ ਆਂ, ਹੁਣ ਕੀ ਕਰੀਏ? ਕਹਿੰਦੇ ਵੀ ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਸਤਿਗੁਰੂ ਦੀ ਸ਼ਰਨ ਆਵੋ, ਕਿਉਂਕਿ ਗੁਰ ਪ੍ਰਸਾਦੀ ਮਨ ਵਸੈ। ਜੇ ਗੁਰੂ ਖੁਸ਼ ਹੋ ਗਏ ਨਾ, ਮਹਾਰਾਜ ਨੇ ਤੇਰੀ ਸ਼ਰਧਾ ਵੇਖ ਲਈ, ਤੇਰਾ ਅੰਦਰ ਦਾ ਵਿਸ਼ਵਾਸ ਵੇਖ ਲਿਆ ਵੀ ਵਾਕਈ ਇਹ ਤਨੋ ਮਨੋ ਚਾਹੁੰਦਾ ਹੈ ਆਪਣੀ ਕਲਿਆਣ, ਤਾਂ ਸਾਨੂੰ ਬੇਨਤੀ ਕਰ ਰਿਹਾ। ਤਾਂ ਕਹਿੰਦੇ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਦੇ ਨਾਲ ਵਾਹਿਗੁਰੂ ਮਨ ਦੇ ਵਿੱਚ ਵਸ ਜਾਂਦਾ ਹੈ। ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਂਦਾ ਏ, ਕਿਉਂਕਿ ਉਹ ਧੁੱਪ ਹੈ ਨਾਵੈ ਕੈ ਰੰਗ। ਇਹ ਜਿਹੜੀ ਅੰਦਰ ਹਉਮੈ ਦੀ ਮੈਲ ਹੈ, ਨਾਮ ਦੇ ਰੰਗ ਨਾਲ ਹੀ ਉਤਰਨੀ ਹੈ। ਮਾਲ ਹਉਮੈ ਜਾਏ ਸਮਾਏ। ਤੇ ਉਸ ਨਾਮ ਦੇ ਅਭਿਆਸ ਕਰਨੇ ਕਰਕੇ
ਜਿਹੜੀ ਹਉਮੈ ਦੀ, ਹੰਗਤਾ ਦੀ, ਮੈਂ ਮੇਰੀ ਦੀ, ਮੇਰਾ ਤੇਰਾ, ਇਹ ਕਲੇ ਵਾਲੀਆਂ ਗੱਲਾਂ ਦੀ ਮੈਲ ਸੀ, ਉਹ ਉਹਨਾਂ ਦੀ ਅੰਦਰੋਂ ਮੈਲ ਫਿਰ ਧੋਤੀ ਜਾਂਦੀ ਹੈ। ਸੂਖਮ ਮੈਲ ਨੂੰ ਵਾਹਿਗੁਰੂ ਦਾ ਨਾਮ ਧੋ ਦਿੰਦਾ। ਜਦੋਂ ਨਾਮ ਦਾ ਅਭਿਆਸ ਗੁਰੂ ਸਾਹਿਬ ਰਾਹੀਂ ਹੁੰਦਾ, ਜਦੋਂ ਗੁਰਾਂ ਦੀ ਕਿਰਪਾ ਨਾਲ ਨਾਮ ਜਪਦੇ ਆ, ਫਿਰ ਅੰਦਰ ਦੀ ਮੈਲ ਜਿਉਂ-ਜਿਉਂ ਨਾਮ ਜਪਦੇ ਆ ਤਿਉਂ-ਤਿਉਂ ਮੈਲ ਸਾਧ ਸੰਗਤ ਦੀ ਧੁੱਪਦੀ ਜਾਂਦੀ ਹੈ, ਲੱਥਦੀ ਜਾਂਦੀ ਹੈ। ਤੇ ਜਦੋਂ ਸੰਪੂਰਨ ਮੈਲ ਲੱਥ ਜਾਵੇ, ਫਿਰ ਜਾਏ ਸਮਾਏ ਜੀਵ ਜਿਹੜਾ ਹੈ ਜਾ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਸਮਾ ਜਾਂਦਾ, ਉਹਦੇ ਚਰਨਾਂ 'ਚ ਲੀਨ ਹੋ ਜਾਂਦਾ, ਜਿਹਦੀ ਮੈਲ ਸਮਾ ਗਈ, ਮੁੱਕ ਗਈ। ਜੋ ਅੰਧੇਰਾ ਦੀਪਕ ਬਾਲੀਐ। ਉਹਦੀ ਜੁਗਤੀ ਦੱਸਦੇ ਹਨ ਵੀ ਕਿਵੇਂ ਮੈਲ ਗਈ ਹੈ। ਕਹਿੰਦੇ ਵੇਖੋ, ਸੌਖਾ ਕੰਮ ਜੇ ਸਮਝਣਾ ਹੈ ਨਾ, ਜਿਵੇਂ ਹਨੇਰੇ ਦੇ ਵਿੱਚ ਦੀਵਾ ਬਾਲ ਦਈਏ, ਤਿਉ ਗੁਰ ਗਿਆਨ ਅਗਿਆਨ ਤਜਾਏ। ਤੇ ਹਨੇਰੇ ਵਿੱਚ ਦੀਵਾ ਬਾਲਣ ਦੇ ਨਾਲ ਰੌਸ਼ਨੀ ਹੋ ਜਾਂਦੀ ਹੈ ਨਾ, ਚਾਨਣ ਹੋ ਜਾਂਦਾ। ਇਸੇ ਪ੍ਰਕਾਰ ਜੋ ਅਗਿਆਨ, ਜਿਸ ਤੋਂ ਅੱਗੇ ਹਉਮੈ ਹੰਕਾਰ ਦੀ ਮੈਲ, ਜਿਸ ਹੰਕਾਰ 'ਚ ਅਸੀਂ ਬੋਲਦੇ ਹਾਂ, ਜਦੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਤਿਉਂ ਗੁਰ ਗਿਆਨ ਅਗਿਆਨ ਤਜਾਏ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦਾ ਜੋ ਗਿਆਨ ਰੂਪੀ ਸ਼ਮਾਦਾਨ ਹੈ, ਜਦੋਂ ਗੁਰੂ ਸਾਹਿਬ ਗਿਆਨ ਰੂਪੀ ਦੀਪਕ ਆਪਣੇ ਸ਼ਰਨ ਆਏ ਸਿੱਖ ਦੇ ਹਿਰਦੇ ਰੂਪੀ ਕੋਠੇ ਦੇ ਵਿੱਚ ਬਾਲ ਦਿੰਦੇ ਹਨ, ਤਾਂ ਅਗਿਆਨਤਾ ਦਾ ਹਨੇਰਾ ਤਜਾਏ ਛੱਡ ਜਾਂਦਾ ਹੈ ਖਹਿੜਾ। ਭਾਵ ਕਿ ਅਗਿਆਨਤਾ ਉਹਦੇ ਅੰਦਰੋਂ ਦੂਰ ਹੋ ਜਾਂਦੀ ਹੈ, ਜਿਸ ਅਗਿਆਨਤਾ ਕਰਕੇ ਬੰਦਾ ਹਉਮੈ ਹੰਕਾਰ ਕਰਦਾ ਏ। ਹਮ ਕੀਆ ਹਮ ਕਰੇਗੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਜੇ ਪੁੱਛੇ ਵੀ ਅਗਿਆਨ ਮਹਾਰਾਜ ਇਹਦੇ ਕਰਕੇ ਕੀ ਕਰਦਾ ਬੰਦਾ, ਕਹਿੰਦੇ ਅਗਿਆਨੀ ਪੁਰਖ ਦੀ ਨਿਸ਼ਾਨੀ ਹੈ ਜਿਹਨੂੰ ਅਗਿਆਨ ਹੈ। ਉਹ ਕਹਿੰਦਾ ਹਮ ਕੀਆ ਹਮ ਕਰਾਂਗੇ। ਉਹ ਕਹਿੰਦੇ ਮੈਂ ਪਹਿਲਾਂ ਇੱਦਾਂ ਕੀਤਾ ਸੀ ਫਲਾਣੇ ਨੂੰ, ਉਹ ਮੇਰੇ ਨਾਲ ਇਉਂ ਕਰਦਾ, ਹੁਣ ਕਹਿੰਦਾ ਮੈਂ ਇੱਦਾਂ ਕਰਦਾ, ਆਉਣ ਵਾਲੇ ਸਮੇਂ 'ਚ ਮੈਂ ਇੱਦਾਂ ਕਰ ਦਿਆਂਗਾ, ਆਹ ਕੰਮ ਕੀਤਾ, ਆਹ ਕਰ ਦਿਆਂਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹਨ ਇਹ ਅਗਿਆਨੀ ਪੁਰਖ ਕਰਦਾ ਹੈ। ਹਮ ਕੀਆ ਵੀ ਅਸੀਂ ਆਹ ਕੰਮ ਕੀਤਾ ਹੀ, ਹਮ ਕਰਾਂਗੇ। ਤੇ ਜੇ ਕੋਈ ਆਖੇ ਵੀ ਗਾਂ ਵੀ ਕਰੋਗੇ, ਕਹਿੰਦਾ ਹਾਂ ਕਰਾਂਗੇ। ਕੋਈ ਰੋਕ ਕੇ ਵਿਖਾਵੇ, ਸਾਡੀ ਆਪਣੀ ਜ਼ਰੂਰਤ ਹੈ ਵੀ ਮੇਰੀ ਵੀ ਕੋਈ ਕਹਿੰਦਾ ਹਸਤੀ ਹੈ, ਮੇਰੀ ਫਲਾਣੇ ਨਾਲ ਗੱਲ, ਫਲਾਣੇ ਨਾਲ, ਅਸੀਂ ਨਹੀਂ ਪਰਵਾਹ ਮੰਨਦੇ ਕਿਸੇ ਦੀ। ਇਹ ਜਿੰਨੀਆਂ ਵੀ ਗੱਲਾਂ ਹਨ ਇਹ ਸਭ ਮਹਾਰਾਜ ਕਹਿੰਦੇ ਹਉਮੈ ਨੂੰ ਵਧਾਉਣ ਵਾਲੀਆਂ ਨੇ, ਅਗਿਆਨਤਾ ਜੀ ਬੰਦਾ ਕਰਦਾ ਏ। ਹਮ ਮੂਰਖ ਗਾਵਾਰ। ਤੇ ਜਿਹੜੇ ਹਮ ਮੈਂ ਮੇਰੀ ਕਰਦੇ ਨੇ, ਉਹ ਕੌਣ ਨੇ? ਮਹਾਰਾਜ ਕਹਿੰਦੇ ਉਹ ਮੂਰਖ ਲੋਕ ਨੇ, ਉਹ ਗਾਵਾਰ, ਬਿਲਕੁਲ ਬੇਸਮਝ ਬੇਅਕਲੇ ਹਨ, ਅਕਲ ਦੇ ਖਾਨੇ ਤੋਂ ਖਾਲੀ ਲੋਕ ਨੇ, ਜਿਹੜੇ ਸਦਾ ਮੈਂ ਹੀ ਚੱਕੀ ਫਿਰਦੇ ਹਨ। ਹਮ ਤਮਾਮ ਜੀਵਾਂ ਨੂੰ ਵੀ ਕਹਿੰਦੇ ਨੇ ਵੀ ਹਮ ਤਮਾਮ ਜੀਵ ਜਿਹੜੇ ਆਪਾਂ ਹਾਂ, ਇਹ ਮੈਂ ਮੇਰੀ ਕਰਕੇ ਗਵਾਰ ਹੋ ਰਹੇ ਹਾਂ, ਬੇਸਮਝ ਹੋ ਰਹੇ ਹਾਂ। ਮੂਰਖ ਮੂੰਹ ਨੂੰ ਜਿਹਨੇ ਅੱਗੇ ਰੱਖਿਆ, ਬਸ ਕਹਿੰਦੇ ਜੋ ਮੂੰਹ ਆਈ ਉਹੀ ਬੋਲਤਾ। ਕਹਿੰਦੇ ਵੀ ਮੂਰਖ ਹੈ, ਇਹਦੇ ਮੂੰਹ ਨਾ ਲੱਗਿਓ। ਲੋਕ ਕਹਿ ਦਿੰਦੇ ਸਿਆਣੇ ਇਹਦਾ ਮੂਰਖ ਹੈ। ਇਹ ਗਵਾਰ ਬੇਸਮਝੀ ਵਾਲੇ ਪਸ਼ੂਆਂ ਡੰਗਰਾਂ ਵਾਲੇ ਕੰਮ ਕਰਨੇ। ਡੰਗਰ ਨੂੰ ਨਹੀਂ ਪਤਾ ਹੁੰਦਾ, ਉਹ ਆਪਣੀ ਖੁਰਲੀ 'ਚ ਵੀ ਪੈਰ ਰੱਖ ਲੈਂਦਾ, ਉਹ ਆਪਣੀ ਖੁਰਲੀ ਦੇ ਵਿੱਚ ਵੀ ਪਿਸ਼ਾਬ ਫੌਸ ਕਰ ਦਿੰਦਾ। ਜਿੱਥੇ ਪਾਣੀ ਪੀਣਾ ਹੈ ਉਹਦੇ ਵਿੱਚ ਹੀ ਲੱਤਾਂ ਜੀਆਂ ਵਾੜੀ ਜਾਂਦਾ ਹੁੰਦਾ। ਉਹਨੂੰ ਨਹੀਂ ਪਤਾ ਵੀ ਇਹ ਖਾਣ ਵਾਲੀ ਸ਼ੈ ਹੈ, ਇਹ ਮੈਂ ਪਾਣੀ ਪੀਣਾ, ਇਹ ਖਾਣਾ ਹੈ, ਖੁਰਲੀ 'ਚ ਇੱਥੇ ਆਪਣਾ ਰੱਖਣਾ ਨਹੀਂ ਹੈ, ਕੋਈ ਗੰਦਗੀ ਨਹੀਂ ਕਰਨੀ। ਇਹ ਇਸੇ ਤਰ੍ਹਾਂ ਹੀ ਜਿਹੜੇ ਜੀਵ ਹਨ ਉਹਨਾਂ ਨੂੰ ਪਤਾ ਹੀ ਨਹੀਂ ਹੈ। ਇਹ ਹੰਕਾਰ ਨਹੀਂ ਕਰਨਾ, ਗੁਰੂ ਘਰ ਆਏ ਆ, ਹਉਮੈ ਨਹੀਂ ਕਰਨੀ, ਮਨੁੱਖਾ ਜਨਮ ਮਿਲਿਆ ਏ, ਬਾਣੀ ਪੜ੍ਹਨੀ ਹੈ, ਪਰ ਉਹ ਸਭ ਕੁਝ ਕਰੀ ਜਾਂਦੇ ਆ। ਖੁਰਲੀ 'ਚ ਪੈਰ ਪਾਉਣ ਦੀ ਨਿਆਈ ਹਉਮੈ 'ਚ ਹੰਕਾਰ 'ਚ ਹੀ ਆਫਰੇ ਫਿਰਦੇ ਆ। ਇੰਨੀ ਹਉਮੈ, ਮਾੜੀ ਜੀ ਉਂਗਲ ਕਿਸੇ 'ਤੇ ਵੀ ਰੱਖ ਕੇ ਵੇਖ ਲਓ, ਭਾਂਬੜ ਮੱਚ ਜਾਂਦੇ ਹਨ। ਐਸੀ ਹਾਲਤ ਹੋਈ ਪਈ ਹੈ। ਲੋਕ ਰਾਹ ਜਾਂਦੇ ਆ, ਕੋਈ ਕਿਸੇ ਨੂੰ ਹਾਰਨ ਵੱਧ ਮਾਰ ਦੇਵੇ ਉਹ ਤਾਂ ਸਿੱਧੇ ਹੋ ਜਾਂਦੇ, ਕੋਈ ਆਖੇ ਤੂੰ ਰਾਹ ਨਹੀਂ ਦਿੱਤਾ ਤਾਂ ਉੱਥੇ ਇੱਕ ਦੂਜੇ ਨੂੰ ਮਾਰਨ ਤਾਈਂ ਜਾਂਦੇ। ਕਈ ਰਾਹ ਜਾਂਦੇ ਆ ਇੱਕ ਦੂਜੇ ਤੋਂ ਲੰਘਣ ਕਰਕੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਆ। ਇਹ ਸਾਰਾ ਕੀ ਹੈ? ਇਹ ਸਭ ਕੁਝ ਅਗਿਆਨਤਾ ਦੇ ਹਉਮੈ ਹੰਕਾਰ ਹੈ। ਇਹ ਬੇਸਮਝੀ ਹੈ, ਤਾਂ ਹੀ ਉਹ ਇਸ ਤਰ੍ਹਾਂ ਦੇ ਕਰਮ ਕਰਦੇ ਨੇ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ
ਜਿਹੜੇ ਹਮ ਹੰਕਾਰ ਹਉਮੈ ਦੀਆਂ ਗੱਲਾਂ ਕਰਨ ਵਾਲੇ तमाम ਜੀਵ ਮੂਰਖ ਨੇ, ਬੇਸਮਝ ਨੇ। ਕਰਨੈ ਵਾਲਾ ਵਿਸਰਿਆ। ਉਹਦਾ ਕਾਰਨ ਹੈ ਉਹਨਾਂ ਨੂੰ ਸਭ ਕੰਮਾਂ ਦੇ ਕਾਰਨ ਕਰਾਉਣ ਵਾਲਾ ਤੇ ਭੁੱਲ ਹੀ ਗਿਆ, ਉਹ ਵਿਸਰ ਗਿਆ। ਉਹ ਕਹਿੰਦਾ ਵੀ ਮੈਂ ਆ ਕੀਤਾ ਕਰੂੰਗਾ। ਜਦੋਂ ਮਾਤਾ ਦੇ ਗਰਭ 'ਚ ਪੁੱਠਾ ਲਟਕਾ ਸੀ, ਉੱਥੇ ਲਟਕਿਆ ਸੀ, ਉੱਥੇ ਨਹੀਂ ਕੁਝ ਕਰ ਲਿਆ। ਉਦੋਂ ਤਾਂ ਮਹਾਰਾਜ ਕਹਿੰਦੇ ਤਰਲੇ ਕੱਢਦਾ ਸੀ ਸਾਡੇ। ਸਤਿਗੁਰੂ ਹੀ ਦੱਸਦੇ ਨੇ, ਆਪਾਂ ਨੂੰ ਤਾਂ ਸਮਝ ਨਹੀਂ। ਗੁਰਬਾਣੀ ਕਹਿੰਦੀ ਹੈ ਵੀ ਉਦੋਂ ਇਹ ਬੰਦਾ ਤਰਲੇ ਕੱਢਦਾ ਸੀ। ਉਦੋਂ ਕਹਿੰਦਾ ਸੀ ਵੀ ਮਹਾਰਾਜ ਬਚਾ ਲਓ, ਬਖਸ਼ ਲਓ, ਹੁਣ ਤੁਹਾਡੇ ਤੋਂ ਬਿਨਾਂ ਇੱਥੇ ਮੇਰਾ ਕੋਈ ਸਹਾਈ ਨਹੀਂ ਹੋ ਸਕਦਾ। ਹੁਣ ਜਨਮ ਲੈ ਲਿਆ, ਹੁਣ ਫੁੱਲ ਫੁੱਲ ਕੇ ਬੈਠਦਾ, ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਨੂੰ। ਫਿਰ ਇੱਥੋਂ ਤੱਕ ਕਹਿੰਦੇ ਸਾਨੂੰ ਨਹੀਂ ਪਤਾ ਰੱਬ ਰੂਪ ਕੌਣ ਹੈ। ਪਾਤਸ਼ਾਹ ਕਹਿੰਦੇ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ ਜਬ 10 ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਕਹਿ ਦਿੰਦੇ ਨਾ ਲੋਕ, ਭੁੱਲ ਗਿਆ ਤੈਨੂੰ ਉਹ ਸਮਾਂ ਜਦੋਂ ਤੈਨੂੰ ਲੋੜ ਪਈ ਸੀ। ਮਹਾਰਾਜ ਚੇਤਾ ਕਰਾ ਰਹੇ ਨੇ, ਚੇਤਾ ਭੁੱਲ ਗਿਆ ਹੁਣ। ਜਦੋਂ ਮਾਤਾ ਦੇ ਗਰਭ 'ਚ ਪੁੱਠਾ ਲਟਕਿਆ ਸੀ ਉਦੋਂ ਤੇ ਬੇਨਤੀਆਂ ਕਰਦਾ, ਹੁਣ ਫੁੱਲ ਫੁੱਲ ਕੇ ਹੰਕਾਰ 'ਚ ਰਹਿਣਾ ਹੈ। ਤੇ ਇਹ ਕਰਨ ਵਾਲਾ ਹੈ ਸਭ ਕੁਝ ਪਰਮੇਸ਼ਰ, ਸਭ ਕੁਝ ਵਾਹਿਗੁਰੂ ਕਰਦਾ। ਬਹਾਨੇ ਬਣਦੇ ਨੇ ਸਾਡੇ ਕਰਮਾਂ ਦਾ ਫਲ ਦੇਣ ਵਾਸਤੇ। ਤੇ ਪਾਤਸ਼ਾਹ ਕਹਿੰਦੇ ਕਰਨਹਾਰ ਪਰਮੇਸ਼ਰ ਜਿਹੜਾ ਇਹਨਾਂ ਜੀਵਾਂ ਦੇ ਤਾਂ ਹੀ ਭੁੱਲ ਹੀ ਗਿਆ ਹੈ। ਦੂਜੇ ਭਾਏ ਪਿਆਰ। ਬਸ ਦੂਜੇ ਭਾਅ ਵਿੱਚ ਹੀ ਪਿਆਰ ਹੈ। ਹੋਰ ਪਦਾਰਥਾਂ ਦੇ ਵਿੱਚ, ਸਰੀਰਾਂ ਵਿੱਚ ਤਾਂ ਬੜੀ ਮੁਹੱਬਤ ਕਰਦਾ। ਕਹਿੰਦਾ ਮੈਂ ਤੇਰੇ ਬਿਨਾਂ ਬਚ ਹੀ ਨਹੀਂ ਸਕਦਾ। ਮੇਰਾ ਫਲਾਨਾ ਮਿੱਤਰ ਹੈ, ਉਹ ਕਹਿੰਦਾ ਮੇਰੀ ਸੱਜੀ ਹੈ, ਮੈਂ ਉਹ ਤੋਂ ਬਿਨਾਂ ਨਹੀਂ ਰਹਿ ਸਕਦਾ। ਬਸ ਦੂਜੇ ਪਾਸੇ ਪਿਆਰ ਹੈ, ਆਪਣੀਆਂ ਮੋਟਰਾਂ ਨਾਲ ਪਿਆਰ ਹੈ। ਸਾਂਭ ਸਾਂਭ ਰੱਖਦਾ ਏ, ਝਰੀਟ ਨਹੀਂ ਆਉਣ ਦਿੰਦਾ। ਮਨੋਂ ਤਾਂ ਜ਼ੋਰ ਪੂਰਾ ਲਾਉਂਦਾ, ਆਪਣੀ ਹਰ ਇੱਕ ਚੀਜ਼ ਨੂੰ ਸੰਭਾਲਦਾ ਹੈ। ਆਪਣੇ ਸਰੀਰਾਂ ਦੇ ਨਾਲ ਸਰੀਰ ਨੂੰ ਲਿੰਬੀ ਪੋਚੀ ਜਾਂਦਾ। ਦੂਜੇ ਪਾਸੇ ਪਿਆਰ ਹੈ, ਸਭ ਕੁਝ ਚੰਗਾ ਲੱਗਦਾ। ਮਹਾਰਾਜ ਇਹ ਤਾਂ ਨਹੀਂ ਕਹਿੰਦੇ ਵੀ ਤੁਸੀਂ ਕਮਾਈ ਨਾ ਕਰੋ, ਖਾਓ ਪੀਓ ਨਾ, ਕਿਸੇ ਨਾਲ ਵਰਤੋ ਨਾ। ਪਰ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਉਹਨਾਂ ਨਾਲ ਹੀ ਵਰਤੋ ਤੇ ਮੈਨੂੰ ਹੁਣ ਭੁੱਲ ਹੀ ਜਾਓ ਜਿਹਨੇ ਜਨਮ ਦਿੱਤਾ ਹੈ, ਜਿਸ ਦੇ ਹੁਕਮ ਵਿੱਚ ਸੰਸਾਰ 'ਚ ਆਏ ਹੋ। ਇਹ ਦੂਜੇ ਪਾਸੇ ਪਿਆਰ ਲੱਗਾ ਤੇ ਸਭ ਕਰਨ ਵਾਲਾ ਜਗਤ ਦਾ ਮਾਲਕ ਵਾਹਿਗੁਰੂ ਵਿਸਰ ਗਿਆ ਜੀਵਾਂ ਨੂੰ। ਮਾਇਆ ਜੀਵੜ ਦੁੱਖ ਨਹੀਂ। ਮਹਾਰਾਜ ਦੁਖੀ ਕਾਦੇ ਲਈ ਨੇ? ਫਿਰ ਕਹਿੰਦੇ ਇਹਨਾਂ ਦਾ ਪਿਆਰ ਦੂਜੇ ਪਾਸੇ ਹੈ, ਪਦਾਰਥਾਂ 'ਚ ਹੈ, ਮਾਇਆ 'ਚ ਹੈ। ਤੇ ਇਹ ਗੱਲ ਸਮਝ ਲਓ ਵੀ ਦੁੱਖ ਤਾਂ ਦੁਨੀਆ 'ਚ ਬੜੇ ਨੇ, ਪਰ ਮਾਇਆ ਦੇ ਵਰਗਾ ਵੱਡਾ ਕੋਈ ਦੁੱਖ ਨਹੀਂ ਹੈ। ਮਾਇਆ ਕਰਕੇ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ ਬੰਦਾ। ਮਾਇਆ ਜਿੱਡਾ ਵੱਡਾ ਕੋਈ ਦੁੱਖ ਨਹੀਂ। ਸਭ ਭਾਤ ਕੇ ਸੰਸਾਰ। ਮਾਇਆ ਦੀ ਭਾਲ 'ਚ ਸਾਰਾ ਸੰਸਾਰ ਜਿਹੜਾ ਹੈ ਖੋਜ ਕੇ ਭੱਜ ਨਸ ਕਰਕੇ ਜਗਤ ਦੇ ਲੋਕ ਥੱਕ ਗਏ ਨੇ, ਹੰਬ ਗਏ ਹਨ। ਅਖੀਰ ਤੀਕਰ ਤ੍ਰਿਸ਼ਨਾ ਨਹੀਂ ਮੁੱਕੀ। ਯਤਨ ਕਰਦਿਆਂ ਥੱਕ ਗਏ, ਸਵਾਸ ਮੁੱਕ ਗਏ, ਅਗਲਾ ਪਾਸਾ ਆ ਗਿਆ। ਪਰ ਫਿਰ ਵੀ ਉਹ ਕਹਿੰਦੇ ਵੀ ਜਿਹੜਾ ਮਾਇਆ ਨੇ ਦੁੱਖ ਦਿੱਤਾ ਸੀ, ਜੋ ਮਾਇਆ ਕਰਕੇ ਦੁੱਖ ਹੈ ਵੀ ਇੰਨੀ ਮਿਲ ਜੇ, ਇੰਨੀ ਮਿਲ ਜੇ, ਇੰਨੀ ਪ੍ਰਾਪਤ ਹੋ ਜਾਵੇ, ਉਹ ਦੁੱਖ ਕੱਟਿਆ ਨਾ ਗਿਆ। ਬੰਦਾ ਮਾਇਆ ਨਾਲ ਪਿਆਰ ਕਰਦਾ, ਇਹ ਸਮਝਦਾ ਮੇਰੀ ਹੈ, ਇਹ ਆਪਣੀ ਬਣਾ ਰੱਖਦਾ। ਉਹ ਵੀ ਅੱਗੋਂ ਇਦਾਂ ਦੀ ਹੈ, ਸਾਰਿਆਂ ਨੂੰ ਉਹ ਛਲਦੀ ਹੋਈ ਹੈ। ਉਹ ਸਾਰਿਆਂ ਨੂੰ ਇਹੀ ਜਣਾ ਦਿੰਦੀ ਆ ਵੀ ਮੈਂ ਤੇਰੀਆਂ ਹੀ ਆ ਬਸ। ਇਹ ਮਾਇਆ ਨਾਲ ਲੱਗਾ ਰਹਿੰਦਾ। ਜਿੱਦਣ ਆਖਰੀ ਸਾਹ ਲੈਂਦਾ ਫਿਰ ਕਹਿੰਦਾ ਚੱਲ ਹੁਣ ਮੇਰੇ ਨਾਲ, ਮੈਂ ਤੈਨੂੰ ਸਾਂਭ ਰੱਖਿਆ। ਫਿਰ ਅੱਗੋਂ ਕਹਿੰਦੀ ਤੇਰੇ ਵਰਗੇ ਤਾਂ ਕਈ ਦੇਖੇ, ਚੱਲ ਤੂੰ ਅੱਗੇ ਤੁਰਦਾ ਬਣ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਬੰਦਾ ਮਰ ਜਾਂਦਾ, ਉਹਦੀ ਇਕੱਠੀ ਕੀਤੀ ਨਾਰ, ਇੱਥੇ ਭਾਵ ਮਾਇਆ, ਉਹ ਤਾਂ ਨਹੀਂ ਮਰੇ ਤੋਂ ਰੋਂਦੀ। ਕਦੀ ਕੋਠੀਆਂ ਕਾਰਾਂ ਨੇ ਰੋ ਕੇ ਕਿਹਾ ਹੁਣ ਮੈਂ ਤਾਂ ਫਲਾਣੇ ਪਿੱਛੇ ਹੀ ਜਾਣਾ। ਕਦੀ ਤੰਜੋਰੀਆਂ ਜੋ ਪੈਸੇ ਨਿਕਲ ਕੇ ਉਹਨਾਂ ਧਰਨਾ ਲਾਇਆ ਵੀ ਹੁਣ ਸਾਡਾ ਮਾਲਕ ਮਰ ਗਿਆ, ਹੁਣ ਅਸੀਂ ਤਾਂ ਨਹੀਂ ਕਿਸੇ ਦੀ ਵਰਤੋਂ 'ਚ ਆਉਣਾ। ਬਸ ਉਹ ਮਰਿਆ ਉਸ ਵੇਲੇ ਦੂਸਰੇ ਦੀ। ਇਹੀ ਹੈ ਸੰਸਾਰ ਦੀ ਅਸਲੀਅਤ। ਇਹਦੀ ਤ੍ਰਿਸ਼ਨਾ ਦੇ ਵਿੱਚ ਹੀ ਬੰਦਾ ਸਾਰੀ ਉਮਰ ਹੰਬ ਜਾਂਦਾ, ਥੱਕ ਜਾਂਦਾ, ਦੁਖੀ ਰਹਿੰਦਾ। ਕਿਉਂਕਿ ਮਾਇਆ ਵਰਗਾ ਵੱਡਾ ਕੋਈ ਦੁੱਖ ਨਹੀਂ ਹੈ। ਜਿਹਨੂੰ ਪ੍ਰਾਪਤ ਹੋ ਗਈ ਦੁਖੀ ਉਹ ਵੀ ਹੈ, ਜਿਹਨੂੰ ਨਹੀਂ ਕੁਝ ਲੱਭਾ ਦੁੱਖ ਉਹਨੂੰ ਵੀ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ। ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ
ਭਾਲੀ ਹੈ। ਜਿਹਦੇ ਕੋਲ ਹੈ ਨਹੀਂ ਉਹਨੂੰ ਚਿੰਤਾ ਵੀ ਕਿਵੇਂ ਲਿਆਵਾਂ, ਮੈਂ ਕਿਵੇਂ ਅਮੀਰ ਬਣਾ। ਜਿਹਦੇ ਕੋਲ ਬਹੁਤੀ ਆ ਉਹਨੂੰ ਫਿਕਰ ਹੈ ਕਿਤੇ ਕੋਈ ਲੁੱਟ ਨਾ ਲਵੇ, ਇਹ ਕਿਵੇਂ ਸਾਂਭਾ, ਟੈਕਸ ਨਾ ਪੈ ਜੇ, ਕਿਤੇ ਸਰਕਾਰ ਦੀ ਨਿਗਾਹ 'ਚ ਨਾ ਆ ਜੇ, ਡਾਕੂਆਂ ਨੂੰ ਨਾ ਪਤਾ ਲੱਗੇ, ਉਹਨੂੰ ਦੂਜੀ ਚਿੰਤਾ ਪਈ ਰਹਿੰਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਇਹਨਾਂ ਦੋਵਾਂ ਤੋਂ ਉੱਪਰ ਉੱਠ ਗਿਆ ਨਾ, ਕਮਾਈ ਕਰੀ ਜਾਓ, ਜੋ ਆ ਗਿਆ ਠੀਕ ਹੈ, ਜੋ ਨਹੀਂ ਆਇਆ ਉਹ ਵੀ ਠੀਕ ਹੈ, ਫਿਰ ਉਹ ਸੁਖ ਆਨੰਦ ਮਾਣਦਾ ਹੈ। ਗੁਰਮਤਿ ਸੁਖ ਪਾਈਐ। ਮਹਾਰਾਜ ਫਿਰ ਸੁਖ ਮਿਲੇ ਕਿਵੇਂ ਜੇ ਮਾਇਆ ਦੁਖੀ ਕਰਦੀ ਹੈ? ਕਹਿੰਦੇ ਗੁਰੂ ਦੀ ਸਿੱਖਿਆ ਲੈ, ਸਿੱਖਿਆ ਦੇ ਚੱਲਣਾ ਹੀ ਪਊਗਾ, ਕਿਉਂਕਿ ਗੁਰੂ ਦੀ ਮੱਤ ਲੈ ਕੇ ਹੀ ਸਦੀਵੀ ਰਹਿਣ ਵਾਲਾ ਸੁਖ, ਆਤਮਿਕ ਸੁਖ, ਸਰੀਰਕ ਸੁਖ, ਪਰਲੋਕ ਦਾ ਸੁਖ ਪ੍ਰਾਪਤ ਕਰੀਦਾ ਹੈ। ਸਾਚੋ ਨਾਮ ਔਰ ਧਾਰੂ। ਕਿਉਂਕਿ ਗੁਰੂ ਸਾਹਿਬ ਨਾਮ ਜਪਾਉਂਦੇ ਨੇ, ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚੇ ਨਾਮ ਨੂੰ ਔਰ ਹਿਰਦੇ ਵਿੱਚ ਧਾਰ ਕੇ, ਦਿਲ ਵਿੱਚ ਵਸਾ ਕੇ ਨਾਮ ਜਪਿਆ, ਗੁਰੂ ਦੀ ਮੱਤ ਤੇ ਚੱਲਿਆ ਸੁਖੀ ਹੋ ਜਾਈਦਾ ਏ। ਜਿਸ ਨੂੰ ਮਿਲੇ ਸੋ ਮਿਲੈ। ਜਿਸ ਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਗੁਰਾਂ ਦੀ ਸੰਗਤ ਵਿੱਚ ਮੇਲ ਦਿੰਦਾ ਹੈ, ਉਹੀ ਗੁਰਾਂ ਦੁਆਰਾ ਵਾਹਿਗੁਰੂ ਦੇ ਨਾਲ ਮਿਲਦਾ, ਜਾਂ ਉਸੇ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ। ਆਓ ਤਿਸ ਬਲ ਹਾਰੈ ਜਾਓ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹਨਾਂ ਜੀਵਾਂ ਤੋਂ ਅਸੀਂ ਸਦਕੇ ਆ, ਕੁਰਬਾਨ ਬਲਹਾਰ ਜਾਣੇ ਆ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਗੁਰਾਂ ਦੇ ਰਾਹੀਂ ਆਪਣੇ ਨਾਲ ਮੇਲ ਲਿਆ। ਇਹ ਮਨ ਭਗਤੀ ਰਤਿਆ। ਇਹ ਭਾਈ ਇਹ ਜਿਹੜਾ ਸਾਡਾ ਮਨ ਚੰਚਲ ਹੈ, ਜਦੋਂ ਵਾਹਿਗੁਰੂ ਦੀ ਭਗਤੀ 'ਚ ਰਤਿਆ ਗਿਆ ਨਾ, ਰੰਗਿਆ ਗਿਆ ਗੁਰਾਂ ਦੀ ਕਿਰਪਾ ਦੇ ਨਾਲ, ਸੱਚ ਬਾਣੀ ਨਿਜ ਥਾਉ। ਸੱਚੀ ਬਾਣੀ ਹੋ ਜਾਵੇਗੀ, ਫਿਰ ਸਫਲੀ ਹੋਵੇਗੀ ਜੋ ਮੂੰਹੋਂ ਕਹੇਗਾ। ਜਾਂ ਸੱਚੀ ਬਾਣੀ ਨਾਮ ਦੇ ਵਿੱਚ ਰੰਗੇ ਜਾਣ ਕਰਕੇ, ਭਗਤੀ 'ਚ ਰਤੇ ਜਾਣ ਕਰਕੇ ਮਨ ਨਿਜ ਥਾਉ, ਆਪਣੇ ਨਿਜ ਥਾਂ 'ਚ ਆ ਜਾਂਦਾ, ਆਪਣੇ ਘਰ ਵਿੱਚ ਬਹਿੰਦਾ। ਫਿਰ ਜਿੰਨਾ ਚਿਰ ਨਿਆਣੇ ਬਾਹਰ ਫਿਰਦੇ ਰਹਿਣ, ਮਾਂ ਬਾਪ ਵੀ ਦੁਖੀ ਨੇ ਨਾ, ਕਹਿੰਦੇ ਫਿਰਦਾ ਬਹੁਤ ਹੈ, ਘਰੇ ਬੈਠੇ ਰਹਿਣ, ਫਿਰ ਕਹਿੰਦੇ ਹੁਣ ਠੀਕ ਹੈ, ਅੱਖਾਂ ਦੇ ਸਾਹਮਣੇ ਹੈ, ਪਤਾ ਹੈ ਵੀ ਕੋਈ ਸੰਗਤ ਮਾੜੀ ਨਹੀਂ ਕਰਦਾ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਮਨ ਬਾਹਰ ਭਟਕਦਾ ਹੈ ਨਾ ਜਿੰਨਾ ਚਿਰ, ਉਹਨਾਂ ਚਿਰ ਮਾੜੇ ਪਾਸੇ ਹੀ ਜਾਂਦਾ ਹੈ, ਮਾੜੀ ਸੰਗਤ ਦੀ ਬਹਿਣੀ ਬਹਿੰਦਾ। ਜਦੋਂ ਘਰੇ ਬਹਿ ਗਿਆ ਬਾਪ, ਜਦੋਂ ਅੰਦਰ ਟਿਕ ਗਿਆ, ਅੰਤਰਾਤਮੇ ਅੰਦਰ ਲੀਨ ਹੋ ਗਿਆ, ਫੇਰ ਕਹਿੰਦੇ ਵੀ ਹੁਣ ਨਿਜ ਥਾਂ, ਨਿਜ ਘਰ ਮਹਿਲ ਪਾਵੋ, ਸੁਖ ਸਹਜੇ ਬਹੁਰ ਨਾ ਹੋਏਗੋ ਫੇਰਾ। ਫਿਰ ਗੇੜੇ ਨਹੀਂ ਪੈਂਦੇ, ਫਿਰ ਧੱਕੇ ਨਹੀਂ ਖਾਣੇ ਪੈਂਦੇ। ਇਹ ਮਨ ਨਿਜ ਘਰ ਵਿੱਚ ਟਿਕ ਜਾਂਦਾ ਹੈ ਸੱਚੇ ਨਾਮ ਬਾਣੀ ਦੇ ਅਭਿਆਸ ਦੁਆਰਾ। ਮਨ ਰਤੇ ਜਿਹਵਾ ਰਤੀ। ਜਿਨ੍ਹਾਂ ਦਾ ਮਨ ਰੱਤਾ ਰੰਗਿਆ ਗਿਆ ਨਾਮ ਦੇ ਵਿੱਚ, ਉਹਨਾਂ ਦੀ ਜ਼ੁਬਾਨ ਵੀ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਹੀ ਰੰਗੀ ਹੋਈ, ਲੀਨ ਹੋਈ ਰਹਿੰਦੀ ਹੈ ਸਦਾ। ਹਰ ਗੁਣ ਸੱਚੇ ਗਾਓ। ਉਹ ਮਨ ਤਨ ਕਰਕੇ ਲੀਨ ਹੋਏ ਹਰੀ ਸੱਚੇ ਦੇ ਸਦਾ ਹੀ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ, ਪਰਮੇਸ਼ਰ ਦੀ ਹੀ ਸਿਫਤ ਕਰਦੇ ਹਨ, ਮਨ ਕਰਕੇ ਵੀ ਤੇ ਜ਼ਬਾਨ ਕਰਕੇ ਵੀ। ਨਾਨਕ ਨਾਮ ਨਾ ਵਿਸਰੈ। ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਨਾਮ ਨਹੀਂ ਸਾਨੂੰ ਵਿਸਰਨਾ, ਭੁੱਲਣਾ ਚਾਹੀਦਾ। ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਵਿਸਰਦਾ, ਸੱਚੇ ਮਾਹੇ ਸਮਾਓ। ਉਹਨਾਂ ਦਾ ਸੱਚੇ ਦੇ ਮਾਹੇ ਵਿੱਚ ਹੀ ਸਮਾਉਣਾ ਹੋ ਜਾਂਦਾ। ਉਹ ਵਾਹਿਗੁਰੂ ਜੀ ਲੀਨ ਹੁੰਦੇ ਨੇ, ਜਿਨ੍ਹਾਂ ਨੂੰ ਨਹੀਂ ਭੁੱਲਦਾ ਕਹਿਣਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਜਿਨ੍ਹਾਂ ਨੂੰ ਨਾਮ ਜਪਣਾ ਨਹੀਂ ਭੁੱਲਦਾ, ਉਹ ਜਾ ਕੇ ਸੱਚੇ ਵਾਹਿਗੁਰੂ ਵਿੱਚ ਹੀ ਉਹਨਾਂ ਦਾ ਸਮਾਉਣਾ ਹੋ ਜਾਂਦਾ ਹੈ, ਪਰਮੇਸ਼ਰ 'ਚ ਲੀਨ ਹੋ ਜਾਂਦੇ ਨੇ। ਇਉਂ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋਈਆਂ ਨੇ। ਸਤਿਗੁਰੂ ਮਹਾਰਾਜ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੈ